यूसीसी है की है सर? ਸਾਰਿਆਂ ਵਾਸਤੇ ਇੱਕ ਕਾਨੂੰਨ ਹੋਣਾ ਚਾਹੀਦਾ ਹੈ। ਜਿਹੜਾ HUF ਹੈ ਉਨ ਤੇ ਵੀ ਇੰਪੈਕਟ ਪਊਗਾ ਜੇ ਇਸ ਨੂੰ ਲਾਗੂ ਕੀਤਾ ਜਾਵੇ? ਯੈਸ, ਆਰਟੀਕਲ 370 ਤੁਸੀਂ ਖਤਮ ਕਰਤਾ, ਜਿਹਦੇ ਵਿੱਚ ਸਪੈਸ਼ਲ ਰਾਈਟ ਸੀਗੇ ਜੰਮੂ ਐਂਡ ਕਸ਼ਮੀਰ ਵਾਸਤੇ, ਸਪੈਸ਼ਲ ਪ੍ਰੋਵੀਜ਼ਨ ਸੀਗੇ। ਲੇਕਿਨ ਇਸੇ ਦੇਸ਼ ਦੇ ਵਿੱਚ ਆਰਟੀਕਲ 371 ਵੀ ਹੈ, ਯਾਨੀ ਕਿ ਦੋ ਕਾਨੂੰਨ ਹੋ ਗਏ ਨਾ। CRPC ਦੀਆਂ ਇੰਟਰਪ੍ਰੀਟੇਸ਼ਨਸ ਵੀ ਡਿਫਰੈਂਟ ਸਟੇਟਾਂ 'ਚ ਡਿਫਰੈਂਟ ਹੈ। ਇੱਕ ਅਪਰਾਧ ਦਾ ਇੱਕ ਸਟੇਟ ਦੇ ਵਿੱਚ ਅਲੱਗ ਤਰ੍ਹਾਂ ਦਾ ਸਜ਼ਾ ਹੁੰਦੀ ਹੈ, ਦੂਜੇ ਸਟੇਟ 'ਚ ਦੂਜੀ ਤਰ੍ਹਾਂ ਦੀ ਸਜ਼ਾ ਹੁੰਦੀ ਹੈ। ਜਿਹੜਾ ਗੋਆ ਵਿੱਚ ਲਾ ਚੱਲਦਾ ਪਿਆ ਹੈਗਾ, ਗੋਆ ਵਾਲੇ ਲਾ ਨੂੰ ਅਸੀਂ ਇਹਦੇ ਨਾਲ ਜੋੜ ਸਕਦੇ? ਨੋ, ਕਿਉਂਕਿ ਉੱਥੇ ਹਿੰਦੂਜ਼ ਵਾਸਤੇ ਵੀ ਐਕਸੈਪਸ਼ਨਸ ਹੈ, ਕ੍ਰਿਸਚੀਅਨਸ ਵਾਸਤੇ ਐਕਸੈਪਸ਼ਨਸ ਹੈ। ਇਜਾਜ਼ਤ ਦਿੰਦਾ ਹੈ ਕਿ ਅਗਰ ਤੁਹਾਡੀ ਵਾਈਫ ਦੇ ਬੱਚਾ ਨਹੀਂ ਪੈਦਾ ਹੁੰਦਾ ਤਾਂ ਤੁਸੀਂ ਦੂਸਰਾ ਵਿਆਹ ਕਰਾ ਸਕਦੇ ਹੋ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਯੂਨੀਫਾਰਮ ਸਿਵਲ ਕੋਡ 'ਚ ਨਹੀਂ ਹੁੰਦੀਆਂ। ਜੇ ਆਰਟੀਕਲ ਅਸੀਂ 25 ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਸਾਨੂੰ ਸਾਰੇ ਧਰਮਾਂ ਨੂੰ ਅਧਿਕਾਰ ਹੈਗਾ ਕਿ ਤੁਸੀਂ ਆਪਦੇ ਮੰਦਿਰ, ਗੁਰਦੁਆਰੇ ਜਾਂ ਧਾਰਮਿਕ ਸਥਾਨ ਜਿਹਨੂੰ ਵੀ ਤੁਸੀਂ ਪੂਜਦੇ ਹੈਗੇ ਉੱਥੇ ਤੁਸੀਂ ਜਾ ਸਕਦੇ ਹੋ। ਮੈਂ ਆਰਟੀਕਲ 25 ਦਾ ਜ਼ਿਕਰ ਇਸ ਲਈ ਕਰ ਰਿਹਾ, ਸਾਰੀਆਂ ਬਹੁ ਗਿਣਤੀ ਘੱਟ ਗਿਣਤੀ ਸਾਰਿਆਂ ਤੇ ਇੰਪੈਕਟ ਪੈਣ ਵਾਲਾ। ਇੱਕ ਮੁਸਲਮਾਨ ਵਾਸਤੇ ਕੁਰਾਨ ਜਿਹੜਾ ਹੈਗਾ, ਕੁਰਾਨ 'ਚ ਜਿਹੜੀ ਚੀਜ਼ ਲਿਖੀ ਹੈ ਉਹ ਰੱਬੀ ਹੈ। ਅਗਰ ਯੂਨੀਫਾਰਮ ਸਿਵਲ ਕੋਡ ਤੋਂ ਉਲਟ ਕਹਿੰਦਾ, ਇਹਦਾ ਮਤਲਬ ਹੈ ਤੁਸੀਂ ਮੁਸਲਮਾਨਾਂ ਦੇ ਜਿਹੜਾ ਉਹਨਾਂ ਦਾ ਬੇਸਿਕ ਫੇਥ ਹੈ ਉਹਨੂੰ ਤੁਸੀਂ ਹਿੱਟ ਕਰ ਰਹੇ ਹੋ। ਮੈਂ ਸਬਰੀਮਾਲਾ ਕੇਸ ਦਾ ਵੀ ਜ਼ਿਕਰ ਕਰਨਾ ਜੀ। ਜਦੋਂ ਉਹ ਅਧਿਕਾਰ ਨਹੀਂ ਪ੍ਰਾਪਤ ਹੋਏ ਉਸ ਕਮਿਊਨਿਟੀ ਨੂੰ, ਉਹ ਅਧਿਕਾਰਾਂ ਨੂੰ ਪਹਿਲਾਂ ਲਾਗੂ ਕਰਾਉਣਾ ਜ਼ਰੂਰੀ ਹੈ ਜਾਂ UCC ਲਿਆਉਣਾ ਪਹਿਲਾਂ ਜ਼ਰੂਰੀ ਹੈ? ਜਦੋਂ ਉਹਨਾਂ ਨੇ ਆਪਣਾ ਏਜੰਡਾ ਪਬਲਿਕ ਦੇ ਅੱਗੇ ਰੱਖਿਆ ਸੀ ਕਿ ਯੂਨੀਫਾਰਮ ਸਿਵਲ ਕੋਡ ਲੈ ਕੇ ਆਉਣਾ, ਉਹ ਇਹ ਕਹਿਣਗੇ ਕਿ ਲੋਕਾਂ ਨੇ ਸਾਨੂੰ ਉਸ ਮੁੱਦੇ ਦੇ ਉੱਤੇ ਵੋਟਾਂ ਪਾਈਆਂ ਤੇ ਲੋਕਾਂ ਨਾਲ ਜਿਹੜਾ ਅਸੀਂ ਪ੍ਰੋਮਿਸ ਕੀਤਾ ਸੀ ਪੂਰਾ ਕਿਉਂ ਨਾ ਕਰੀਏ? ਡੈਮੋਕ੍ਰੇਸੀ ਇਸ ਚੀਜ਼ ਦੀ ਡਿਮਾਂਡ ਕਰਦੀ ਹੈ ਕਿ ਸੱਤਾ ਤੁਹਾਨੂੰ ਲੋਕਾਂ ਨੇ ਦਿੱਤੀ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਆਪ ਹੁਦਰੀ ਕਰੋਗੇ। ਉੱਥੇ ਸਾਰੇ ਕਿਤੇ ਲਿਖਿਆ ਹੋਇਆ, ਇੱਥੇ ਸਾਈਨ ਵੈਕਸੀਨੇਸ਼ਨ ਪਾ ਕੇ ਜਾਂ ਕੁਐਸਚਨ ਮਾਰਕ ਪਾ ਕੇ, ਯੂਨੀਫਾਰਮ ਸਿਵਲ ਕੋਡ ਤੋਂ ਬਾਅਦ ਹਿੰਦੂ ਰਾਸ਼ਟਰ ਦਾ ਰਾਹ ਪੱਧਰਾ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। UCC ਤੇ ਦੇਸ਼ ਭਰ ਵਿੱਚ ਬਹਿਸ ਛਿੜੀ ਹੋਈ ਹੈ। ਇਹ ਬਹਿਸ ਅੱਜ ਦੀ ਨਹੀਂ ਛਿੜੀ, ਬਹੁਤ ਲੰਬੇ ਅਰਸੇ ਤੋਂ ਇਹ ਬਹਿਸ ਚੱਲਦੀ ਪਈ ਹੈ। ਪਰ UCC ਦੀ ABC ਸਮਝਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਕਿ ਬਹਿਸਾਂ ਇਹੋ ਜਿਹੀਆਂ ਕਰਨੀਆਂ ਚਾਹੀਦੀਆਂ ਜਿਹਦੇ ਵਿੱਚ ਕੁਝ ਸਮਝ ਨਾ ਆਵੇ? ਕਿ ਬਹਿਸਾਂ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਸਭ ਕੁਝ ਸਮਝ ਆਵੇ? ਘੱਟ ਗਿਣਤੀਆਂ 'ਤੇ ਇੰਪੈਕਟ ਕੀ ਪਊਗਾ, ਬਹੁ ਗਿਣਤੀਆਂ 'ਤੇ ਇੰਪੈਕਟ ਕੀ ਪਊਗਾ, ਇਸ ਸਭ ਨੂੰ ਸਮਝਣ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ। ਸਾਡੇ ਸਟੂਡੀਓ ਦੇ ਵਿੱਚ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੈ, ਡਾਕਟਰ ਮੁਹੰਮਦ ਖਾਲਿਦ, ਜਿਨ੍ਹਾਂ ਦਾ ਤਕਰੀਬਨ 3 ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਬੱਚਿਆਂ ਨੂੰ ਰਾਜਨੀਤੀ ਸ਼ਾਸਤਰ ਦਾ ਪਾਠ ਪੜ੍ਹਾ ਰਿਹਾ ਉਹ, ਤੇ ਰਾਜਨੀਤੀ ਸ਼ਾਸਤਰ ਦੇ ਖੁਦ ਆਪਣੇ ਆਪ ਨੂੰ ਸਟੂਡੈਂਟ ਸਮਝਦੇ ਆ, ਵਿਦਿਆਰਥੀ ਮੰਨਦੇ ਆ, ਪਰ ਇਸ ਵਿਦਿਆਰਥੀ ਨੂੰ ਸੰਵਿਧਾਨ ਦੀਆਂ ਸਾਰੀਆਂ ਉਹਨਾਂ ਧਾਰਾਵਾਂ ਬਾਰੇ ਪਤਾ ਹੈ ਜਿਹਦੇ ਵਿੱਚੋਂ ਇਹ ਨਿਕਲ ਕੇ ਸਾਰਾ ਮਸੌਦਾ ਸਾਡੇ ਸਾਹਮਣੇ ਆਉਣਾ ਹੈ। ਇਸ ਮਸੌਦੇ ਦੇ ਨਾਲ ਦੇਸ਼ ਦੀ ਏਕਤਾ, ਅਖੰਡਤਾ ਤੇ ਕੀ ਅਸਰ ਪੈਣ ਵਾਲਾ, ਦੇਸ਼ ਦੀਆਂ ਜਿਹੜੇ ਧਾਰਮਿਕ ਜਿਹੜੀਆਂ ਸਭਾਵਾਂ ਹੈਗੀਆਂ, ਧਾਰਮਿਕ ਅਦਾਰੇ ਹੈਗੇ ਆ, ਉਹਨਾਂ 'ਤੇ ਕੀ ਅਸਰ ਪੈਣ ਵਾਲਾ, ਉਹਨਾਂ ਨੇ ਕਮੇਟੀਆਂ ਕਿਉਂ ਬਣਾ ਲਈਆਂ ਹੈਗੀਆਂ, ਕੇਂਦਰ ਸਰਕਾਰ ਕੀ ਸੋਚਦੀ ਪਈ ਹੈਗੀ ਹੈ, ਤੇ ਜਿਹੜਾ ਸਾਡਾ ਲਾ ਹੈਗਾ, ਉਹ ਕਾਨੂੰਨ ਹੈਗਾ, ਉਹ ਕੀ ਸੋਚਦਾ ਪਿਆ ਹੈਗਾ। ਲਾ ਕਮਿਸ਼ਨ ਦੇ ਜ਼ਰੀਏ ਸਭ ਕੁਝ ਨਿਕਲ ਕੇ ਸਾਡੇ ਸਾਹਮਣੇ ਆਉਣਾ। ਲਾ ਕਮਿਸ਼ਨ ਦਾ ਮਤਲਬ ਕੀ ਹੈਗਾ, ਉਹ ਸਭ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਇਹਨਾਂ ਨੇ ਤਕਰੀਬਨ 50 ਪੇਪਰ ਲਿਖੇ ਆ, ਜਿਹੜੇ ਵੱਡੇ ਵੱਡੇ ਜਰਨਲਸ ਵਿੱਚ ਛਪੇ ਆ, ਇੰਟਰਨੈਸ਼ਨਲ ਜਰਨਲ ਤੱਕ ਛਪੇ ਆ, ਤੇ ਇਹਨਾਂ ਦੀ ਆਵਾਜ਼ ਆ ਜਿਹੜੀ ਉਹ ਸੁਣੀ ਜਾਂਦੀ ਹੈ। ਡਾਕਟਰ ਖਾਲਿਦ, ਬਹੁਤ ਸਵਾਗਤ ਹੈ ਸਰ ਤੁਹਾਡਾ। ਮਿਹਰਬਾਨੀ ਜੀ। ਕੀ ਹਾਲ ਹੈ ਤੁਹਾਡਾ? ਬੜੀਆ ਜੀ। ਡਾਕਟਰ ਮੁਹੰਮਦ ਖਾਲਿਦ ਜੀ, ਬਹੁਤ ਸੌਖੇ ਸ਼ਬਦਾਂ ਵਿੱਚ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਸਮਝਾਓ, UCC ਹੈ ਕੀ ਹੈ ਸਰ? ਇਹਦੀ ABC ਕੀ ਹੈ? UCC ਨੂੰ ਸਮਝਣ ਵਾਸਤੇ ਸਾਨੂੰ ਦੇਸ਼ ਦੀ ਜਿਹੜੀ ਸਮਾਜਿਕ ਬਣਤਰ ਹੈ, ਤਾਣਾ ਬਾਣਾ, ਉਹਨੂੰ ਸਮਝਣ ਦੀ ਲੋੜ ਹੈ। ਸਾਡਾ ਦੇਸ਼ ਬੜਾ ਭਿੰਨਤਾਵਾਂ ਦਾ ਦੇਸ਼ ਹੈ, ਜਿਹਦੇ ਵਿੱਚ ਹਰ ਤਰ੍ਹਾਂ ਦਾ ਧਰਮ, ਹਰ ਤਰ੍ਹਾਂ ਦਾ ਕਲਚਰ, ਹਰ ਤਰ੍ਹਾਂ ਦੀ ਕਾਸਟ ਔਰ ਰੇਸਿਸ ਹਰ ਤਰ੍ਹਾਂ ਦੇ ਪਾਏ ਜਾਂਦੇ ਹਨ। ਤੇ ਇਹ ਜਿੰਨੀਆਂ ਵੀ ਕਾਸਟ ਹੈ, ਜਿੰਨੇ ਵੀ ਰੇਸਿਸ ਹੈ, ਜਿੰਨੇ ਵੀ ਧਰਮ ਹੈ, ਉਹ ਆਪਣੇ ਆਪਣੇ ਤਰੀਕੇ ਦੇ ਨਾਲ ਜੀਣਾ ਚਾਹੁੰਦੇ ਹੈ ਔਰ ਜੀਂਦੇ ਆ। ਉਹਨਾਂ ਨੂੰ ਸਾਡਾ ਸੰਵਿਧਾਨ ਜਿਹੜਾ ਹੈਗਾ ਇਜਾਜ਼ਤ ਵੀ ਦਿੰਦਾ ਹੈ ਕਿ ਹਰ ਕਮਿਊਨਿਟੀ ਨੂੰ ਆਪਣਾ ਕਲਚਰ, ਆਪਣਾ ਸੱਭਿਆਚਾਰ, ਆਪਣੀ ਬੋਲੀ, ਉਹਨੂੰ ਪ੍ਰੋਟੈਕਟ ਕਰਨ ਦਾ ਪੂਰਾ ਅਧਿਕਾਰ ਹੈ। ਜਿਹੜਾ ਯੂਨੀਫਾਰਮ ਸਿਵਲ ਕੋਡ ਹੈ, ਉਸ ਤੋਂ ਸਮਝਣ ਵਾਸਤੇ ਸਾਨੂੰ ਪਹਿਲਾਂ ਇਹ ਸਮਝਣਾ ਪਏਗਾ ਕਿ ਕਿਆ ਸੰਵਿਧਾਨ ਇਜਾਜ਼ਤ ਦਿੰਦਾ ਹੈ ਉਹਨਾਂ ਕਮਿਊਨਿਟੀਜ਼ ਨੂੰ ਕਿ ਆਪਣੇ ਤਰੀਕੇ ਨਾਲ ਜੀਣ। ਉਹ ਅਗਰ ਉਹ ਆਪਣੇ ਤਰੀਕੇ ਨਾਲ ਜੀਣ ਤਾਂ ਉਹਨਾਂ ਦੇ ਪਰਸਨਲ ਲਾਜ਼ ਹੁੰਦੇ ਆ। ਪਰਸਨਲ ਲਾਜ਼ ਜਿਹੜੇ ਹੈਗੇ ਆ ਅੰਗਰੇਜ਼ਾਂ ਵੇਲੇ, ਸਭ ਤੋਂ ਪਹਿਲਾਂ 1937 ਦੇ ਵਿੱਚ, ਕਿਉਂਕਿ ਲਾਰਜੈਸਟ ਕਮਿਊਨਿਟੀ ਜਿਹੜੀ ਮਾਈਨੋਰਿਟੀ ਕਮਿਊਨਿਟੀ ਮੁਸਲਿਮ ਸੀਗੀ ਉਸ ਵੇਲੇ ਵੀ ਔਰ ਅੱਜ ਵੀ ਹੈ,
ਤਾਂ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਜਿਹੜਾ ਕਿ ਸਭ ਤੋਂ ਪਹਿਲਾਂ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹੜਾ ਕਿ ਪਾਕਿਸਤਾਨ 'ਚ ਹੈ, ਜਿਹਨੂੰ ਆਪਾਂ ਸੂਬਾ ਸਰਹੱਦ ਸੂਬਾ ਕਹਿੰਦੇ ਹਾਂ, ਉੱਥੇ ਦੀ ਅਸੈਂਬਲੀ ਨੇ ਪਾਸ ਕੀਤਾ ਜਿਹਨੂੰ ਕਿ ਸ਼ਰੀਆ ਐਕਟ ਕਿਹਾ ਜਾਂਦਾ ਹੈ। ਉਹ ਸ਼ਰੀਆ ਐਕਟ ਹੀ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਐਕਸੈਪਟ ਕੀਤਾ ਔਰ ਉਹਨੂੰ ਮੁਸਲਿਮ ਪਰਸਨਲ ਲਾ ਕਿਹਾ ਜਾਂਦਾ ਹੈ। ਇਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ? ਕੋਈ ਵੀ ਕਮਿਊਨਿਟੀ ਦਾ ਜਿਹੜਾ ਪਰਸਨਲ ਲਾਅ ਹੈ ਉਹਦੇ ਵਿੱਚ ਉਹਨਾਂ ਨੇ ਵਿਆਹ ਕਿਵੇਂ ਕਰਵਾਉਣਾ ਹੈ, ਡਾਈਵੋਰਸ ਦੇ ਜਿਹੜੇ ਮਸਲੇ ਹੈਗੇ ਹੈ, ਪ੍ਰੋਪਰਟੀ ਦੀ ਡਿਸਟ੍ਰੀਬਿਊਸ਼ਨ ਕਿਵੇਂ ਹੋਏਗੀ, ਮਾਂ-ਬਾਪ ਦੀ ਗੋਦ ਲੈਣ ਦਾ ਮਸਲਾ ਹੈਗਾ, ਇਹ ਸਾਰੀਆਂ ਪਰਸਨਲ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ, ਔਰ ਇਹ ਸਾਰੀਆਂ ਚੀਜ਼ਾਂ ਨੂੰ ਡੀਲ ਮੁਸਲਿਮ ਪਰਸਨਲ ਲਾਅ ਕਰਦਾ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਦੂਸਰੀਆਂ ਕਮਿਊਨਿਟੀਜ਼ ਹੈ, ਕਈ ਕਮਿਊਨਿਟੀਜ਼ ਦੇ ਆਪਣੇ ਪਰਸਨਲ ਲਾਅ ਹੈਗੇ ਆ, ਕ੍ਰਿਸਚੀਅਨਸ ਦਾ ਜਿਵੇਂ ਕਿ ਹੈਗਾ ਜਾਂ ਪਾਰਸੀਜ਼ ਦਾ ਹੈਗਾ, ਉਹ ਸਾਰੇ ਕਰਦੇ ਆ। ਜਿਸ ਵੇਲੇ ਅੰਗਰੇਜ਼ ਚਲੇ ਗਏ, ਸਾਡਾ ਸੰਵਿਧਾਨ ਬਣ ਰਿਹਾ ਸੀਗਾ, ਉਸ ਵੇਲੇ ਇਹਦੇ ਉੱਪਰ ਬੜੀ ਬਹਿਸ ਹੋਈ। ਸਾਡੀ ਜਿਹੜੀ ਸੰਵਿਧਾਨ ਸਭਾ ਸੀ, ਜਿਹਨੂੰ ਆਪਾਂ ਕਨਸਟੀਟਿਊਐਂਟ ਅਸੈਂਬਲੀ ਕਹਿੰਦੇ ਆ, ਕਿ ਵੀ ਜਿਹੜਾ ਸਾਰਿਆਂ ਵਾਸਤੇ ਇੱਕ ਕਾਨੂੰਨ ਹੋਣਾ ਚਾਹੀਦਾ, ਜਿਹਨੂੰ ਆਪਾਂ ਯੂਨੀਫਾਰਮ ਸਿਵਲ ਕੋਡ ਕਹਿੰਦੇ ਆ। ਕੁਝ ਲੋਕਾਂ ਨੇ, ਕੁਝ ਮੈਂਬਰਾਂ ਨੇ ਕਿਹਾ, ਈਵਨ ਕੁਝ ਮੁਸਲਿਮ ਮੈਂਬਰਸ ਨੇ ਕਿਹਾ ਵੀ ਯੂਨੀਫਾਰਮ ਹੋਣਾ ਚਾਹੀਦਾ। ਤਾਂ ਕੁਝ ਨੇ ਕਿਹਾ ਕਿ ਯੂਨੀਫਾਰਮ ਨਹੀਂ ਹੋ ਸਕਦਾ, ਇਸ ਕਰਕੇ ਨਹੀਂ ਹੋ ਸਕਦਾ ਕਿ ਸਾਡੀ ਡਾਈਵਰਸਿਟੀ ਜਾਂ ਭਿੰਨਤਾਵਾਂ ਬਹੁਤ ਜ਼ਿਆਦਾ ਹੈਗੀਆਂ। ਟਰਾਈਬਲ ਆਪਣੇ ਤਰੀਕੇ ਦੇ ਨਾਲ ਜੀਣਾ ਚਾਹੁੰਦੇ ਆ, ਮੁਸਲਿਮ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੇ ਆ। ਤਾਂ ਇੱਕ ਆਰਟੀਕਲ 44 ਇੰਟਰੋਡਿਊਸ ਕੀਤਾ ਇਹਦੇ ਵਿੱਚ, ਸੰਵਿਧਾਨ ਦੇ ਵਿੱਚ। ਸੰਵਿਧਾਨ ਦੇ ਵਿੱਚ ਇੱਕ ਹੈਗੇ ਫੰਡਾਮੈਂਟਲ ਰਾਈਟਸ, ਇੱਕ ਹੈਗੇ ਡਾਇਰੈਕਟਿਵ ਪ੍ਰਿੰਸੀਪਲਸ। ਡਾਇਰੈਕਟਿਵ ਪ੍ਰਿੰਸੀਪਲ ਜਿਹੜਾ ਹੈਗਾ ਨਿਰਦੇਸ਼ਕ ਸਿਧਾਂਤ ਹੈ ਵੀ ਸਰਕਾਰਾਂ ਵੀ ਜਿਸ ਵੇਲੇ ਸਰਕਾਰਾਂ ਚਲਾਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਕੋਈ ਵੀ ਪਾਰਟੀ ਸਰਕਾਰ ਚਲਾਵੇ ਤਾਂ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖੂਗੀ। ਉਹਦੇ ਵਿੱਚ ਇੱਕ ਆਰਟੀਕਲ 44 ਹੈ ਜਿਹੜਾ ਇਹ ਕਹਿੰਦਾ ਹੈ ਕਿ ਸਰਕਾਰਾਂ ਕੋਸ਼ਿਸ਼ ਕਰਨਗੀਆਂ ਕਿ ਇੱਕ ਯੂਨੀਫਾਰਮ ਸਿਵਲ ਕੋਡ ਜਿਹੜਾ ਹੈਗਾ ਬਣਾਇਆ ਜਾਵੇ ਸਾਰੀਆਂ ਕਮਿਊਨਿਟੀਜ਼ ਵਾਸਤੇ ਇਕੱਠਾ ਇੱਕ। ਇਹਦੇ ਬੜੀ ਵਾਰ ਚਰਚਾ ਹੋਈ, ਬੜੀ ਵਿਰੋਧਤਾ ਵੀ ਹੋਈ, ਬੜੇ ਲੋਕ ਹੱਕ ਦੇ ਵਿੱਚ ਵੀ ਸੀਗੇ ਕਿ ਨਹੀਂ ਹੋਣਾ ਚਾਹੀਦਾ। ਅੱਜ ਵੀ ਉਹੀ ਸਿਚੁਏਸ਼ਨ ਹੈ, ਕੁਝ ਲੋਕ ਹੱਕ ਦੇ ਵਿੱਚ ਹੈ, ਕੁਝ ਕਹਿੰਦੇ ਹੈ ਕਿ ਨਹੀਂ ਹੋਣਾ ਚਾਹੀਦਾ। ਹੁਣ ਉਹ ਜਿਹੜੀ ਇਹ ਬਹਿਸ ਹੈ, ਇਹ ਬਹਿਸ ਅੱਜ ਬਹੁਤ ਜ਼ਿਆਦਾ ਚੱਲ ਰਹੀ ਹੈ, ਕਿਉਂਕਿ ਪਿਛਲੇ ਕੁਝ ਮੇਰਾ ਖਿਆਲ ਹੈ ਪਿਛਲੇ ਹਫਤੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਇੱਕ ਦੇਸ਼ ਜਿਹੜਾ ਹੈਗਾ ਦੋ ਕਾਨੂੰਨਾਂ ਨਾਲ ਨਹੀਂ ਚੱਲ ਸਕਦਾ, ਜਿਵੇਂ ਕਿ ਇੱਕ ਫੈਮਿਲੀ ਦੇ ਵਿੱਚ ਦੋ ਲਾ ਨਹੀਂ ਹੋ ਸਕਦੇ, ਇਸੇ ਤਰੀਕੇ ਦੇ ਨਾਲ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਤਾਂ ਲਾਅ ਕਮਿਸ਼ਨ ਨੂੰ ਕਿਹਾ ਗਿਆ, ਲਾਅ ਕਮਿਸ਼ਨ ਨੇ ਲੋਕਾਂ ਤੋਂ ਆਪਣੀ ਰਾਏ ਮੰਗੀ ਹੈ ਲੱਖਾਂ ਦੇ। ਇਸ ਤੋਂ ਪਹਿਲਾਂ 21ਵੇਂ ਲਾਅ ਕਮਿਸ਼ਨ ਨੇ ਵੀ ਕੋਸ਼ਿਸ਼ ਕੀਤੀ ਸੀ। ਮੈਂ ਦੱਸਦਾ, ਪਹਿਲਾਂ ਵੀ ਲਾਅ ਕਮਿਸ਼ਨ ਨੂੰ ਕਿਹਾ ਸੀਗਾ, ਲਾਅ ਕਮਿਸ਼ਨ ਨੇ ਕਿਹਾ ਸੀਗਾ ਵੀ ਨਾ ਤਾਂ ਇਹ ਹੋ ਸਕਦਾ ਨਾ ਡਿਜ਼ਾਇਰੇਬਲ ਹੈ, ਯਾਨੀ ਕਿ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਉਹ ਠੀਕ ਚੱਲ ਰਿਹਾ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਹਿੰਦੂ ਕੋਡ ਬਿੱਲ ਲਿਆਂਦਾ। ਇਨਫੈਕਟ B.R. ਅੰਬੇਦਕਰ ਨੇ ਇਸੇ ਇਸ਼ੂ ਦੇ ਉੱਪਰ B.R. ਅੰਬੇਦਕਰ ਨੂੰ ਅਸਤੀਫਾ ਵੀ ਦੇਣਾ ਪਿਆ, ਕਿਉਂਕਿ ਉਹ ਜਿਸ ਤਰ੍ਹਾਂ ਦਾ ਕਾਨੂੰਨ ਲਿਆਉਣਾ ਚਾਹੁੰਦੇ ਸੀਗੇ, ਉਹ ਚਾਹੁੰਦੇ ਸੀਗੇ ਯੂਨੀਫਾਰਮ ਹੋਣਾ ਚਾਹੀਦਾ ਹਿੰਦੂਜ਼ ਵਾਸਤੇ। ਲੇਕਿਨ ਜਿਹੜੀ ਹਿੰਦੂ ਜਥੇਬੰਦੀਆਂ ਸੀਗੀਆਂ ਉਹ ਅੜ ਗਈਆਂ ਕਿ ਨਹੀਂ ਜੀ ਸਾਡੇ ਕਾਨੂੰਨ ਜਿਹੜੇ ਹੈਗੇ, ਬਲਕਿ ਕਈ ਜਗ੍ਹਾ ਬੰਦਿਆਂ ਨੇ ਐਕਿਊਜ਼ ਕੀਤਾ B.R. ਅੰਬੇਦਕਰ ਨੂੰ ਕਿ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਇੰਟਰਫੇਅਰ ਕਰ ਰਿਹਾ। ਫਿਰ ਜਿਸ ਤਰ੍ਹਾਂ ਦਾ ਉਹ ਲਿਆਉਣਾ ਚਾਹੁੰਦੇ ਸੀਗੇ ਉਹ ਨਹੀਂ ਆ ਸਕਿਆ, ਉਹ 'ਚ ਕਾਫੀ ਡਾਇਲੂਸ਼ਨ ਹੋਈ। ਡਾਇਲੂਸ਼ਨ ਤੋਂ ਬਾਅਦ ਜਿਸ ਵੇਲੇ ਬਿੱਲ ਲਿਆਂਦਾ ਗਿਆ, ਨਹਿਰੂ ਨੂੰ ਵੀ ਬਹੁਤ ਲੋਕਾਂ ਨੇ ਅਪੋਜ਼ ਕੀਤਾ ਕਿ ਇਹ ਤੂੰ ਕੀ ਕਰ ਰਿਹਾ, ਲੇਕਿਨ B.R. ਅੰਬੇਦਕਰ ਨੇ ਅਸਤੀਫਾ ਦਿੱਤਾ ਐਜ਼ ਅ ਲਾਅ ਮਿਨਿਸਟਰ। ਤਾਂ ਹਿੰਦੂ ਜਿਹੜਾ ਕੋਡ ਬਿੱਲ ਸੀਗਾ ਉਹਦੇ ਵਿੱਚ ਹਿੰਦੂ ਮੈਰਿਜ ਐਕਟ ਆ ਜਾਂਦਾ, ਉਹਦੇ ਵਿੱਚ ਹਿੰਦੂ ਸਕਸੈਸ਼ਨ ਐਕਟ ਆ ਜਾਂਦਾ, ਯਾਨੀ ਹਿੰਦੂਜ਼ ਦਾ ਵੀ ਇੱਕ ਸੈਪਰੇਟ ਕੋਡ ਹੈਗਾ। ਅਗਰ ਮੁਸਲਿਮ ਪਰਸਨਲ ਲਾ ਹੈ ਤਾਂ ਹਿੰਦੂਜ਼ ਦਾ ਵੀ ਇੱਕ ਸੈਪਰੇਟ ਕੋਡ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਆ ਅਸੀਂ ਯੂਨੀਫਾਰਮ ਸਿਵਲ ਕੋਡ ਲਿਆ ਸਕਦੇ ਹਾਂ? ਨੰਬਰ 1, ਕਿਆ ਅਸੀਂ ਯੂਨੀਫਾਰਮ ਸਿਵਲ ਕੋਡ ਲਿਆਉਣਾ ਚਾਹੁੰਦੇ ਹਾਂ ਜਾਂ ਕਾਮਨ ਸਿਵਲ ਕੋਡ ਲਿਆਉਣਾ ਚਾਹੁੰਦੇ ਹਾਂ? ਦੋਨਾਂ 'ਚ ਵੀ ਫਰਕ ਹੈ। ਯੂਨੀਫਾਰਮ ਸਿਵਲ ਕੋਡ ਹੁੰਦਾ ਹੈ ਯੂਨੀਫਾਰਮ ਉਹਨਾਂ ਕਮਿਊਨਿਟੀਜ਼ ਵਾਸਤੇ ਜਿਹੜੀਆਂ ਇੱਕ ਯੂਨੀਫਾਰਮਿਟੀ ਦੇ ਵਿੱਚ ਰਹਿੰਦੀਆਂ ਨੇ। ਕਾਮਨ ਹੈਗਾ ਕਿ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ, ਟਰਾਈਬਲਸ, ਇਹ ਬਹੁਤ ਸਾਰਿਆਂ ਵਾਸਤੇ ਕਾਮਨ ਕਾਨੂੰਨ। ਦੇਰ ਇਜ਼ ਅ ਡਿਫਰੈਂਸ ਬਿਟਵੀਨ ਦੈਟ। ਉਹ ਦਰਸ਼ਕਾਂ ਨੂੰ ਵੀ ਸੋਚਣਾ ਚਾਹੀਦਾ ਕਿ ਕਾਮਨ ਸਿਵਲ ਕੋਡ ਕੀ ਹੈ ਤੇ ਯੂਨੀਫਾਰਮ ਸਿਵਲ ਕੋਡ। ਪਰ ਅਸੀਂ ਤਾਂ ਇੱਥੇ ਰਲਗੜ ਕਰਦੇ ਪਏ ਨਾ ਸਾਰੀ ਚੀਜ਼ਾਂ ਨੂੰ। ਇਹ ਚੀਜ਼ ਬੜੀ ਇੰਪੋਰਟੈਂਟ ਹੈ ਜਿਹੜੀ ਕਿ ਮੈਕਸਿਮਮ ਲੋਕ ਇਸ ਚੀਜ਼ ਦੀ ਕੋਈ ਗੱਲ ਨਹੀਂ ਕਰ ਰਿਹਾ। ਕਾਮਨ ਯੂਨੀਫਾਈਡ ਸਿਵਲ ਕੋਡ ਇੱਕ ਕਮਿਊਨਿਟੀ ਜਿਹੜੀ ਕਿ ਯੂਨੀਫਾਈਡ ਢੰਗ ਦੇ ਨਾਲ ਰਹਿੰਦੀ ਹੈ ਉਹਦੇ ਵਾਸਤੇ ਯੂਨੀਫਾਈਡ ਸਿਵਲ ਕੋਡ ਹੈ।
ਕਾਮਨ ਸਿਵਲ ਕੋਡ ਉਹ ਹੈਗਾ ਜਿਹੜਾ ਕਿ ਸਭ ਨੂੰ ਐਕਸੈਪਟੇਬਲ ਹੈ, ਸਭ ਵਾਸਤੇ ਕਾਮਨ ਹੈ। ਹੁਣ ਜਿਸ ਵੇਲੇ ਹਿੰਦੂ ਜਿਹੜਾ ਲਾਅ ਸੀਗੇ ਉਹਦੇ ਵਿੱਚ ਰਿਫਾਰਮਸ ਕਰਤੇ, ਕਈ ਵਾਰ ਪ੍ਰੈਸ਼ਰ ਆਇਆ ਕਿ ਮੁਸਲਿਮ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਰਿਫਾਰਮ ਕਰਨੇ ਚਾਹੀਦੇ, ਜਿਵੇਂ ਕਿ ਟ੍ਰਿਪਲ ਤਲਾਕ ਦਾ ਮੁੱਦਾ ਸੀਗਾ, ਮੁਸਲਿਮਸ ਰਜਿਸਟ ਕਰਦੇ ਸੀਗੇ। ਕੁਝ ਲੋਕ ਕਹਿੰਦੇ ਥੇ ਟ੍ਰਿਪਲ ਤਲਾਕ, ਇਹਨੂੰ ਤਲਾਕ ਏ ਬਿਦਤ ਕਿਹਾ ਜਾਂਦਾ। ਇੱਕ ਤਲਾਕ ਏ ਹਸਨਾ ਹੁੰਦਾ, ਇੱਕ ਤਲਾਕ ਏ ਬਿਦਤ ਹੁੰਦਾ। ਬਿਦਤ ਹੁੰਦੀ ਹੈ ਵੀ ਜਿਹੜੀ ਕਿ ਕੋਈ ਵਧੀਆ ਗੱਲ ਨਹੀਂ ਹੈਗੀ ਹੈ। ਇਹ ਜਿਹੜੇ ਟ੍ਰਿਪਲ ਤਲਾਕ ਸੀ ਇਨਫੈਕਟ ਤਲਾਕ ਏ ਬਿਦਤ ਸੀਗੀ। ਲੇਕਿਨ ਮੁਸਲਮਾਨ ਕਹਿੰਦੇ थे ਵੀ ਇੱਥੇ ਸਾਡੇ ਹੈ ਹੀ ਬਹੁਤ ਘੱਟ, ਇਸ ਕਰਕੇ ਲੇਕਿਨ ਉਹਨੂੰ ਜ਼ਬਰਦਸਤੀ ਮੈਜੋਰਿਟੀ, ਕਿਉਂਕਿ ਔਰ ਬੀਜੇਪੀ ਦਾ ਸ਼ੁਰੂ ਤੇ ਯਾਨੀ ਕਿ ਪਿਛਲੇ 40 ਸਾਲ ਤੋਂ ਹੈਗਾ ਵੀ ਤਿੰਨ ਚੀਜ਼ਾਂ, ਇੱਕ ਤਾਂ ਰਾਮ ਮੰਦਿਰ ਦਾ ਮੁੱਦਾ, ਇੱਕ ਆਰਟੀਕਲ 370, ਇੱਕ ਜਿਹੜਾ ਹੈਗਾ ਯੂਨੀਫਾਰਮ ਸਿਵਲ ਕੋਡ। ਇਹ ਉਹਨਾਂ ਦਾ ਕੋਰ ਏਜੰਡਾ ਹੈਗਾ ਜਿਹਨੂੰ ਕਿ ਲਾਗੂ ਕਰਨਾ ਚਾਹੁੰਦੇ ਆ। ਉਹਨਾਂ ਵਿੱਚੋਂ ਦੋ ਹੋ ਗਏ, ਤੀਸਰਾ ਯੂਨੀਫਾਰਮ ਸਿਵਲ ਕੋਡ ਉਹ ਕਹਿੰਦੇ ਲਾਗੂ ਕਰਨਾ ਚਾਹੁੰਦੇ। ਪਿਛਲੇ ਲਾਅ ਕਮਿਸ਼ਨ ਨੂੰ ਇਹ ਕਿਹਾ, ਪਿਛਲੇ ਲਾਅ ਕਮਿਸ਼ਨ ਨੇ ਕਹਿ ਦਿੱਤਾ ਵੀ ਕੋਈ ਲੋੜ ਨਹੀਂ ਹੈ। ਹੁਣ ਫੇਰ ਕਿਹਾ ਹੈ, ਹੁਣ ਲਾਅ ਕਮਿਸ਼ਨ ਕਿਸ ਨਤੀਜੇ ਤੇ ਪਹੁੰਚਦਾ ਹੈ ਇਹ ਤਾਂ ਦੇਖਣ ਵਾਲੀ ਗੱਲ। ਚਲੋ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ ਜੀ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਅੱਜ ਅਸੀਂ ਸਮਝਣ ਲਈ ਬੈਠੇ ਹਾਂ, ਇਹ ਚੀਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਹੈਗੀਆਂ, ਕਿਉਂਕਿ ਜਿਸ ਤਰੀਕੇ ਨਾਲ ਸਾਡੇ ਅੱਗੇ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ ਬਿਨਾਂ ਮਸੌਦੇ ਤੋਂ, ਬਿਨਾਂ ਖਰੜੇ ਤੋਂ, ਜਿਹੜਾ ਸਾਨੂੰ ਵਕਤ ਦਿੱਤਾ ਗਿਆ ਕਿ ਤੁਸੀਂ ਆਪਣੀ ਸੁਜੈਸ਼ਨਸ ਭੇਜੋ, ਬਹੁਤੀਆਂ ਨੇ ਆਪਣੀਆਂ ਕਮੇਟੀਆਂ ਵੀ ਗਠਿਤ ਕਰ ਦਿੱਤੀਆਂ ਹੈਗੀਆਂ ਕਿ ਸਰਕਾਰ ਨਾਲ ਰਾਬਤਾ ਕਿਵੇਂ ਕੀਤਾ ਜਾਵੇ। ਬਹੁਤ ਸਾਰੇ ਇਹਦੇ ਵਿੱਚ ਲੂਪ ਹੋਲਸ ਹੈਗੇ ਜਿਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ, ਤਾਂ ਹੀ ਇਹ ਡਿਬੇਟ ਅੱਗੇ ਵੱਧ ਸਕਦੀ ਹੈ। ਡਿਬੇਟ ਤਾਂ ਹੋਵੇਗੀ ਜ਼ਰੂਰ। ਵਾਪਸ ਆ ਰਹੇ ਹਾਂ। ਡਾਕਟਰ ਖਾਲਿਦ ਸਾਡੇ ਨਾਲ ਨੇ, ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨੇ ਤੇ 3 ਦਹਾਕਿਆਂ ਤੋਂ ਵੱਧ ਦਾ ਤਜਰਬਾ ਤੇ ਸੈਨੇਟ ਸਿੰਡੀਕੇਟ ਦੇ ਮੈਂਬਰ ਵੀ ਰਹੇ ਆ। ਡਾਕਟਰ ਖਾਲਿਦ ਹਰਾਂ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਯੂਨੀਫਾਰਮ ਸਿਵਲ ਕੋਡ ਹੈ ਕੀ ਹੈ। ਡਾਕਟਰ ਖਾਲਿਦ, ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ, ਮੈਂ ਇੱਕ ਸਵਾਲ ਇਹਦੇ ਨਾਲ ਇਹ ਵੀ ਕਰਨਾ ਚਾਹੁੰਦਾ, ਜਿਹੜਾ HUF ਹੈ, ਹਿੰਦੂ ਅਨਡਿਵਾਈਡਡ ਫੈਮਿਲੀ, ਉਹਨਾਂ ਤੇ ਵੀ ਕੋਈ ਇੰਪੈਕਟ ਪਊਗਾ ਜੇ ਇਹ ਇਸ ਨੂੰ ਲਾਗੂ ਕੀਤਾ ਜਾਂਦਾ? ਯੈਸ ਦੇਖੋ, ਮੈਂ ਗੱਲ ਹੈਗੀ ਹੈ, ਦੋ ਚੀਜ਼ਾਂ। ਪਹਿਲੀ ਚੀਜ਼ ਤੇ ਹੈ, ਜਿਸ ਵੇਲੇ ਸਰਕਾਰ ਜਾਂ ਪ੍ਰਾਈਮ ਮਿਨਿਸਟਰ ਇਹ ਕਹਿੰਦੇ ਹੈ ਕਿ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ, ਪਹਿਲਾਂ ਤਾਂ ਇਹਦੀ ਵਿਆਖਿਆ ਮੈਂ ਤੁਹਾਨੂੰ ਕਰਦੇ ਹਾਂ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਆਰਟੀਕਲ 370 ਤੁਸੀਂ ਖਤਮ ਕਰਤਾ, ਜਿਹਦੇ ਵਿੱਚ ਸਪੈਸ਼ਲ ਰਾਈਟ ਸੀਗੇ ਜੰਮੂ ਐਂਡ ਕਸ਼ਮੀਰ ਵਾਸਤੇ, ਸਪੈਸ਼ਲ ਪ੍ਰੋਵੀਜ਼ਨ ਸੀਗੀਆਂ। ਲੇਕਿਨ ਇਸੇ ਦੇਸ਼ ਦੇ ਵਿੱਚ ਆਰਟੀਕਲ 371 ਵੀ ਹੈ, ਜਿਹਦੇ ਵਿੱਚ ਸਪੈਸ਼ਲ ਪ੍ਰੋਵੀਜ਼ਨਸ ਹੈਗੀਆਂ ਮਹਾਰਾਸ਼ਟਰ ਵਾਸਤੇ, ਗੁਜਰਾਤ ਵਾਸਤੇ, ਹਿਮਾਚਲ ਵਾਸਤੇ, ਨਾਰਥ ਈਸਟ ਦੇ ਸਟੇਟਸ ਵਾਸਤੇ। ਉਹ ਉੱਥੇ ਹੈ, ਯਾਨੀ ਕਿ ਦੋ ਕਾਨੂੰਨ ਹੋ ਗਏ ਨਾ। ਸਪੈਸ਼ਲ ਤੁਸੀਂ ਪ੍ਰੋਵੀਜ਼ਨ ਅਗਰ ਖਤਮ ਕਰਨੀ ਹੈ ਤਾਂ ਪੂਰੇ ਕੰਟਰੀ 'ਚ ਬਿਲਕੁਲ ਖਤਮ ਕਰ ਦਿਓ, ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਆਪਾਂ CRPC ਦੀ ਗੱਲ ਕਰਦੇ ਹਾਂ, CRPC ਦੀਆਂ ਇੰਟਰਪ੍ਰੀਟੇਸ਼ਨਸ ਵੀ ਡਿਫਰੈਂਟ ਸਟੇਟਾਂ 'ਚ ਡਿਫਰੈਂਟ ਹੈ। ਇੱਕ ਅਪਰਾਧ ਦਾ ਇੱਕ ਸਟੇਟ ਦੇ ਵਿੱਚ ਅਲੱਗ ਤਰ੍ਹਾਂ ਦਾ ਸਜ਼ਾ ਹੁੰਦੀ ਹੈ, ਦੂਜੇ ਸਟੇਟ 'ਚ ਦੂਜੀ ਤਰ੍ਹਾਂ ਦੀ ਸਜ਼ਾ ਹੁੰਦੀ ਹੈ। ਮਤਲਬ ਇਹ ਯਾਨੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਸ ਸਟੇਟ ਦੇ ਵਿੱਚ ਯਾਨੀ ਕਿ ਕੰਟਰੀ ਦੇ ਵਿੱਚ ਇੱਕੋ ਹੀ ਕਾਨੂੰਨ ਨਾਲ ਸਾਰਾ ਚੱਲ ਰਿਹਾ, ਔਰ ਨਾ ਉਹ ਪੋਸੀਬਲ ਹੈ, ਨਾ ਉਹ ਹੋਣਾ ਚਾਹੀਦਾ। ਵਜ੍ਹਾ ਹੈਗੀ ਹੈ ਕਿ ਜਿਸ ਵੇਲੇ ਡਾਈਵਰਸਿਟੀ ਜਾਂ ਭਿੰਨਤਾਵਾਂ ਸਾਡੀਆਂ ਜਿਹੜੀਆਂ ਹੈਗੀਆਂ, ਔਰ ਜਿਹਨੂੰ ਕਿ ਸੰਵਿਧਾਨ ਸਵੀਕਾਰ ਕਰਕੇ ਚੱਲਦਾ ਹੈ, ਉਹ ਭਿੰਨਤਾਵਾਂ ਦੇ ਮੁਤਾਬਕ ਅਗਰ ਤੁਹਾਡੇ ਵਿੱਚ ਕੁਝ ਐਸੀਆਂ ਪਰਸਨਲ ਚੀਜ਼ਾਂ ਹੈਗੀਆਂ ਜਿਹਦੇ ਮੁਤਾਬਕ ਤੁਸੀਂ ਜ਼ਿੰਦਗੀ ਜੀਣਾ ਚਾਹੁੰਦੇ ਹੋ, ਤਾਂ ਉਹਨਾਂ ਨੂੰ ਟੱਚ ਨਹੀਂ ਕਰਨਾ ਚਾਹੀਦਾ। ਅਗਰ ਕੋਈ ਰਿਫਾਰਮ ਕਰਨਾ ਤਾਂ ਕਮਿਊਨਿਟੀ ਰਿਫਾਰਮ ਕਰੇ, ਯਾਨੀ ਕਿ ਕਮਿਊਨਿਟੀ ਦੇ ਵਿੱਚੋਂ ਰਿਫਾਰਮ ਦੀ ਆਵਾਜ਼ ਉੱਠਣੀ ਚਾਹੀਦੀ ਹੈ। ਉਹ ਤਾਂ ਅੱਗੋਂ ਜਵਾਬ ਦੇਣਗੇ ਨਾ, ਕਮਿਊਨਿਟੀ ਤਾਂ ਅਸੀਂ ਪੁੱਛ ਲਿਆ ਵੀ ਤੁਸੀਂ ਆਦੀ ਸਲਾਹ ਦਿਓ। ਮੈਂ ਦੱਸਦਾ ਨਾ, ਮੈਜੋਰੀਟੇਰੀਅਨ ਜਿਹੜਾ ਹੈਗਾ, ਅਗਰ ਤੁਸੀਂ ਮੈਜੋਰੀਟੇਰੀਅਨ ਤਰੀਕੇ ਦੇ ਨਾਲ ਇੰਪੋਜ਼ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਬਾਉਂਸ ਬੈਕ ਹੁੰਦਾ ਉਹ, ਕਿਸੇ ਵੀ ਕਮਿਊਨਿਟੀ ਦੇ ਨਾਲ ਕਰ ਲਓ। ਹੁਣ ਤੁਸੀਂ ਗੱਲ ਕੀਤੀ ਹੈ ਕਿ ਹਿੰਦੂ ਅਨਡਿਵਾਈਡਡ ਫੈਮਿਲੀ ਹੈ, ਜਾਂ ਇਸੇ ਤਰੀਕੇ ਦੇ ਨਾਲ ਪਾਰਸੀ ਲਾਜ਼ ਹੈ, ਇਸੇ ਤਰੀਕੇ ਦੇ ਨਾਲ ਕ੍ਰਿਸਚੀਅਨਸ ਲਾਜ਼ ਹੈ, ਜਾਂ ਟਰਾਈਬਲਸ ਹੈ, ਤਾਂ ਉਹਨਾਂ ਦੇ ਵਿੱਚ ਡੈਫੀਨੇਟਲੀ ਉਹ ਸਾਰੇ ਤੁਸੀਂ ਖਤਮ ਕਰਨੇ ਪੈਣਗੇ। ਹੁਣ ਉਹਦੇ ਵਿੱਚ ਇੱਕ ਆਵਾਜ਼ ਉੱਠ ਲੱਗ ਗਈ ਕਿ ਜੀ ਜਿਹੜਾ ਨਾਰਥ ਈਸਟ ਹੈ ਉਹਨੂੰ ਬਿਲਕੁਲ ਐਗਜ਼ੈਂਪਟ ਕਰ ਦਿਓ। ਅਗਰ ਨਾਰਥ ਈਸਟ ਤੁਸੀਂ ਐਗਜ਼ੈਂਪਟ ਕਰੋਗੇ, ਇਹਦਾ ਮਤਲਬ ਤੁਸੀਂ ਕਾਨੂੰਨ ਤਾਂ ਦੋ ਹੀ ਰੱਖਣਾ ਚਾਹੁੰਦੇ ਹੋ। ਇਹਦਾ ਮਤਲਬ ਹੈ ਕਿ ਯੂਨੀਫਾਰਮ ਤਾਂ ਹੋਇਆ ਨਹੀਂ ਸਾਰਾ ਕੁਝ। ਤੇ ਜੇ ਸਾਨੂੰ ਵੇਟ ਨਹੀਂ ਕਰਨੀ ਚਾਹੀਦੀ ਡਰਾਫਟ। ਦੂਸਰੀ ਚੀਜ਼ ਹੈਗੀ ਹੈ, ਸਾਨੂੰ ਹਜੇ ਇਹ ਨਹੀਂ ਪਤਾ ਹੈ, ਇੱਕ ਡਰਾਫਟ ਬਣਿਆ ਜਿਹੜਾ ਕਿ ਡਰਾਫਟ ਉੱਤਰਾਖੰਡ ਸਰਕਾਰ ਨੇ ਬਣਾਇਆ, ਉਹਨਾਂ ਨੇ ਕਮਿਸ਼ਨ, ਉਹਦਾ ਕੀ ਹੈ ਉਹ ਹਜੇ ਪਬਲਿਕ ਡੋਮੇਨ 'ਚ ਪੂਰੀ ਤਰ੍ਹਾਂ ਨਹੀਂ ਹੈ, ਨਾ ਉਹ ਪੂਰੀ ਤਰ੍ਹਾਂ ਡਿਸਕਸ ਹੋਇਆ। ਜਿੰਨੇ ਵੀ ਡਿਬੇਟਸ ਹੋ ਰਹੀਆਂ ਉਹ ਡਿਬੇਟਸ ਅਨਇਨਫੋਰਮਡ ਡਿਬੇਟਸ ਹੈ, ਕਿਉਂਕਿ ਸਾਨੂੰ ਇਹ ਨਹੀਂ ਪਤਾ ਵੀ ਐਕਚੁਅਲ ਯੂਨੀਫਾਰਮ ਸਿਵਲ ਕੋਡ ਦੀ ਰੂਪ ਰੇਖਾ ਕੀ ਹੈ। ਨਹੀਂ, ਮੈਨੂੰ ਇੱਕ ਚੀਜ਼ ਸਮਝਾਓ, ਤੁਸੀਂ ਉੱਤਰਾਖੰਡ ਦਾ ਜ਼ਿਕਰ ਕੀਤਾ, ਜਿਹੜਾ ਗੋਆ ਵਿੱਚ ਲਾ ਚੱਲਦਾ ਪਿਆ ਹੈਗਾ, ਗੋਆ ਵਾਲੇ ਲਾ ਨੂੰ ਅਸੀਂ ਇਹਦੇ ਨਾਲ ਜੋੜ ਸਕਦੇ? ਨੋ, ਮੈਂ ਤੁਹਾਨੂੰ ਦੱਸਦਾ।
ਗੋਆ ਦੇ ਵਿੱਚ ਜਿਹੜਾ ਲਾਅ ਸੀਗਾ ਉਹ ਪੁਰਤਗਾਲੀਆਂ ਨੇ ਬਣਾਇਆ ਸੀਗਾ 1867 ਜਾਂ 68 ਦੇ ਵਿੱਚ। 1961 ਦੇ ਵਿੱਚ ਜਿਸ ਵੇਲੇ ਗੋਆ ਆਜ਼ਾਦ ਹੋਇਆ, ਯਾਨੀ ਕਿ ਇੰਡੀਆ ਦਾ ਪਾਰਟ ਬਣ ਗਿਆ, 1962 ਦੇ ਵਿੱਚ ਜਿਹੜਾ ਪੋਰਚੁਗੀਜ਼ ਕਾਨੂੰਨ ਥਾ ਉਹਨੂੰ ਅਡਾਪਟ ਕਰ ਲਿਆ, ਜਿਹਨੂੰ ਆਪਾਂ ਯੂਨੀਫਾਰਮ ਸਿਵਲ ਕੋਡ ਗੋਆ ਦਾ ਕਹਿੰਦੇ ਆ। ਇਨਫੈਕਟ ਉੱਥੇ ਗੋਆ ਦਾ ਯੂਨੀਫਾਰਮ ਸਿਵਲ ਕੋਡ ਨਹੀਂ ਹੈ। ਕਿਉਂ? ਕਿਉਂਕਿ ਉੱਥੇ ਹਿੰਦੂਜ਼ ਵਾਸਤੇ ਵੀ ਐਕਸੈਪਸ਼ਨਸ ਹੈ, ਕ੍ਰਿਸਚੀਅਨਸ ਵਾਸਤੇ ਐਕਸੈਪਸ਼ਨਸ ਹੈ। ਫੋਰ ਐਗਜ਼ਾਮਪਲ ਚਰਚ ਜਿਹੜਾ ਹੈਗਾ ਕਿਸੇ ਮੈਰਿਜ ਨੂੰ ਉੱਥੇ ਵੋਇਡ ਡਿਕਲੇਅਰ ਕਰ ਸਕਦਾ, ਮੀਨਸ ਮੈਰਿਜ ਨੂੰ ਨਲੀਫਾਈ ਕਰ ਸਕਦਾ। ਤਾਂ ਹਿੰਦੂਆਂ ਵਾਸਤੇ ਇਹ ਚੀਜ਼ ਨਹੀਂ ਹੈ। ਮੁਸਲਿਮਸ ਵਾਸਤੇ ਡਿਫਰੈਂਟ ਹੈ, ਉੱਥੇ ਹਿੰਦੂਆਂ ਵਾਸਤੇ ਡਿਫਰੈਂਟ ਹੈ, ਯੂਨੀਫਾਰਮ ਨਹੀਂ ਹੈ। ਔਰ ਇਜਾਜ਼ਤ ਦਿੰਦਾ ਹੈ ਕਿ ਅਗਰ ਤੁਹਾਡੇ ਕੋਲ ਤੁਹਾਡੀ ਵਾਈਫ ਦੇ ਇੱਕ ਬੱਚਾ ਨਹੀਂ ਪੈਦਾ ਹੁੰਦਾ ਪਰਟੀਕੂਲਰ ਟਾਈਮ ਤੱਕ, ਤਾਂ ਤੁਸੀਂ ਦੂਸਰਾ ਵਿਆਹ ਕਰਾ ਸਕਦੇ ਹੋ ਗੋਆ ਦੇ ਵਿੱਚ। ਅਗਰ ਮੇਲ ਪੈਦਾ ਨਹੀਂ ਹੁੰਦਾ, ਮੇਲ ਬੱਚਾ ਪੈਦਾ ਨਹੀਂ ਹੁੰਦਾ, ਤੁਸੀਂ ਇੰਨਾ ਚਿਰ ਬਾਅਦ ਤੁਸੀਂ ਦੂਸਰਾ ਵਿਆਹ ਕਰਾ ਸਕਦੇ ਹੋ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਯੂਨੀਫਾਰਮ ਸਿਵਲ ਕੋਡ 'ਚ ਨਹੀਂ ਹੁੰਦੀਆਂ, ਲੇਕਿਨ ਉਹ ਕਹਿਣ ਨੂੰ ਯੂਨੀਫਾਰਮ ਸਿਵਲ ਕੋਡ ਹੈ, ਉਹ ਬੜਾ ਡਿਫਰੈਂਟ ਕਿਸਮ ਦਾ, ਜਿਹਦੇ ਵਿੱਚ ਅਲੱਗ-ਅਲੱਗ ਕਮਿਊਨਿਟੀਜ਼ ਵਾਸਤੇ ਫੋਰ ਐਗਜ਼ਾਮਪਲ ਸ਼ਰੀਆ ਐਕਸੈਪਟੇਬਲ ਨਹੀਂ ਹੈ ਇਹਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੇ ਵਿੱਚ, ਲੇਕਿਨ ਕ੍ਰਿਸਚੀਅਨਸ ਨੂੰ ਤੇ ਹਿੰਦੂਜ਼ ਨੂੰ ਕੁਝ ਐਕਸੈਪਸ਼ਨਸ ਦਿੱਤੀਆਂ ਗਈਆਂ। ਚਲੋ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਸਮਝਣਾ ਚਾਹੁੰਦਾ ਜੀ। ਜੇ ਤੁਸੀਂ ਆਰਟੀਕਲ 44 ਦਾ ਜ਼ਿਕਰ ਕੀਤਾ, ਜੇ ਆਰਟੀਕਲ ਅਸੀਂ 25 ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਸਾਨੂੰ ਸਾਰੇ ਧਰਮਾਂ ਨੂੰ ਅਧਿਕਾਰ ਹੈਗਾ ਕਿ ਤੁਸੀਂ ਆਪਦੇ ਮੰਦਿਰ, ਗੁਰਦੁਆਰੇ ਜਾਂ ਧਾਰਮਿਕ ਸਥਾਨ ਜਿਹਨੂੰ ਵੀ ਤੁਸੀਂ ਪੂਜਦੇ ਹੈਗੇ ਉੱਥੇ ਤੁਸੀਂ ਜਾ ਸਕਦੇ ਹੋ। ਉਹ ਬੰਦੇ ਦੀ ਮਰਜ਼ੀ ਹੈ, ਉਹਨੇ ਜਾਣਾ ਨਹੀਂ ਜਾਣਾਗਾ, ਪਰ ਅਧਿਕਾਰ ਸਾਨੂੰ ਮਿਲਿਆ। ਕੀ ਉਹਨਾਂ ਅਧਿਕਾਰਾਂ ਨੂੰ ਅਸੀਂ ਲਾਗੂ ਕਰਵਾ ਸਕੇ? ਦੇਖੋ ਇੱਦਾਂ ਹੈ ਕਿ ਆਰਟੀਕਲ 25 ਦੇ ਵਿੱਚ ਜਿਹੜੀਆਂ ਧਾਰਮਿਕ ਆਜ਼ਾਦੀਆਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ, ਉਹ ਸੰਵਿਧਾਨ ਕਹਿੰਦਾ ਵੀ ਹਾਂ, ਉਹਦੇ ਵਿੱਚ ਇਹੀ ਹੈਗਾ ਕਿ ਤੁਸੀਂ ਆਪਣੇ ਜਿਹੜੇ ਧਾਰਮਿਕ ਇਦਾਰੇ ਬਣਾ ਸਕਦੇ ਹੋ, ਉਹਨਾਂ ਨੂੰ ਮੈਨੇਜ ਕਰ ਸਕਦੇ ਹੋ, ਆਪਣੇ ਕਲਚਰ ਦੀ ਰੱਖਿਆ ਕਰ ਸਕਦੇ ਹੋ, ਆਪਣੇ ਸੱਭਿਆਚਾਰ ਦੀ ਰੱਖਿਆ ਕਰ ਸਕਦੇ ਹੋ। ਜਿਹੜਾ ਯੂਨੀਫਾਰਮ ਸਿਵਲ ਕੋਡ ਹੈ, ਸਪੈਸ਼ਲੀ ਜਿਹੜਾ ਮੁਸਲਿਮਸ ਨੂੰ ਲੈ ਕੇ ਅਗਰ ਆਪਾਂ ਦੇਖੀਏ, ਕਿਉਂਕਿ ਬੇਸਿਕਲੀ ਡਿਸਕਸ਼ਨਸ ਜਿਹੜੀਆਂ ਹੈਗੀਆਂ ਇਹਦੇ ਉੱਪਰ ਹੀ ਚੱਲ ਰਹੀਆਂ। ਮੈਂ ਥੋੜਾ ਜਿਹਾ ਇਹਦੇ ਤੋਂ ਹੋਰ ਸਮਝਣਾ ਚਾਹੁੰਦਾ। ਦੱਸੋ, ਮੈਂ ਆਰਟੀਕਲ 25 ਦਾ ਜ਼ਿਕਰ ਇਸ ਲਈ ਕਰ ਰਿਹਾ ਕਿਉਂਕਿ ਜਦੋਂ ਇਹ ਕਿਹਾ ਜਾਂਦਾ ਕਿ ਸਿਰਫ ਮੁਸਲਿਮ ਤੇ ਇੰਪੈਕਟ ਪਊਗਾ ਜਾਂ ਘੱਟ ਗਿਣਤੀਆਂ ਤੇ ਇੰਪੈਕਟ ਪਊਗਾ, ਜੋ ਸਾਡੇ ਸਾਹਮਣੇ ਇਹ ਚਰਚਾ ਰੱਖੀ ਜਾ ਰਹੀ ਹੈ, ਮੈਂ ਇਹ ਸਵਾਲ ਕਰਨਾ ਚਾਹੁੰਦਾ ਕਿ ਤਾਂ ਸਾਰੀਆਂ ਬਹੁ ਗਿਣਤੀ ਘੱਟ ਗਿਣਤੀ ਸਾਰਿਆਂ ਤੇ ਇੰਪੈਕਟ ਪੈਣ ਵਾਲਾ ਇੰਪੈਕਟ ਉਹਦਾ ਸਾਰਿਆਂ ਤੇ। ਫੋਰ ਐਗਜ਼ਾਮਪਲ ਅਗਰ ਤੁਸੀਂ ਯੂਨੀਫਾਰਮ ਸਿਵਲ ਕੋਡ ਲਿਆਉਂਦੇ ਹੋ ਤਾਂ ਤੁਸੀਂ ਹਿੰਦੂ ਅਨਡਿਵਾਈਡਡ ਫੈਮਿਲੀ, ਹਿੰਦੂ ਕੋਡ ਬਿੱਲ, ਹਿੰਦੂ ਸਕਸੈਸ਼ਨ ਐਕਟ ਤੇ ਹਿੰਦੂ ਮੈਰਿਜ ਐਕਟ, ਉਹਨਾਂ ਸਾਰਿਆਂ ਨੂੰ ਨਲੀਫਾਈ ਕਰਨਾ ਪਏਗਾ। ਇਸੇ ਤਰੀਕੇ ਦੇ ਨਾਲ ਜਿਹੜੇ ਹੋਰ ਕੋਡਸ ਹੈਗੇ ਆ ਪ੍ਰਚਲਿਤ ਇਸ ਵੇਲੇ, ਉਹਨਾਂ ਸਾਰਿਆਂ ਨੂੰ ਨਫੀ ਕਰਕੇ ਫਿਰ ਤੁਸੀਂ ਇੱਕ ਕੋਡ ਲਿਆਓਗੇ। ਕਿਆ ਸਾਰੇ ਕੰਟਰੀ ਨੂੰ ਉਹ ਚੀਜ਼ ਐਕਸੈਪਟੇਬਲ ਹੋ ਸਕਦੀ ਹੈ? ਨਹੀਂ ਹੋ ਸਕਦੀ। ਹੁਣ ਮੈਂ ਤੁਹਾਨੂੰ ਦੱਸਦਾ, ਇੱਕ ਮੁਸਲਮਾਨ ਵਾਸਤੇ ਕੁਰਾਨ ਜਿਹੜਾ ਹੈਗਾ, ਕੁਰਾਨ 'ਚ ਜਿਹੜੀ ਚੀਜ਼ ਲਿਖੀ ਹੈ ਉਹ ਰੱਬੀ ਆਇਤ ਹੈ। ਅਗਰ ਰੱਬੀ ਆਇਤ ਇਹ ਕਹਿੰਦੀ ਹੈ ਕਿ ਕੁੜੀ ਨੂੰ, ਬੇਟੀ ਨੂੰ ਜਿਹੜਾ ਹੈਗਾ ਉਹ ਇੰਨਾ ਹਿੱਸਾ ਦੇਣਾ, ਔਰ ਇਸਲਾਮ ਪਹਿਲਾ ਰਿਲੀਜਨ ਸੀਗਾ ਜਿਹਨੇ ਬੇਟੀ ਦੇ ਮਾਂ-ਬਾਪ ਦੀ ਪ੍ਰੋਪਰਟੀ ਦੇ ਵਿੱਚ ਹਿੱਸੇ ਨੂੰ ਐਕਸੈਪਟ ਕੀਤਾ ਸੀਗਾ, ਸਵੀਕਾਰ ਕੀਤਾ ਸੀਗਾ। ਔਰ ਉਹਦੇ ਵਿੱਚ ਕਹਿੰਦਾ ਇੰਨਾ ਹਿੱਸਾ ਬੇਟੇ ਨੂੰ ਦੇਣਾ, ਇੰਨਾ ਬੇਟੀ ਨੂੰ ਦੇਣਾ, ਇੰਨਾ ਮਾਂ-ਬਾਪ ਨੂੰ ਦੇਣਾ। ਅਗਰ ਯੂਨੀਫਾਰਮ ਸਿਵਲ ਕੋਡ ਤੋਂ ਉਲਟ ਕਹਿੰਦਾ, ਇਹਦਾ ਮਤਲਬ ਹੈ ਤੁਸੀਂ ਮੁਸਲਮਾਨਾਂ ਦੇ ਜਿਹੜਾ ਉਹਨਾਂ ਦਾ ਬੇਸਿਕ ਫੇਥ ਹੈ ਉਹਨੂੰ ਤੁਸੀਂ ਹਿੱਟ ਕਰ ਰਹੇ ਹੋ। ਐਕਸੈਪਟ ਨੈਚੁਰਲੀ ਸਾਰੀ ਕਮਿਊਨਿਟੀ, ਫਿਰ ਸਾਰੀ ਕਮਿਊਨਿਟੀ 'ਚ ਸਵਾਲ ਨੈਚੁਰਲੀ ਇਸੇ ਕਰਕੇ ਮੈਂ ਕਹਿ ਰਿਹਾ ਕਿ ਜਿਹੜੇ ਹਿੰਦੂਜ਼ ਹੈ ਉਹ ਕਹਿਣਗੇ ਜੀ ਕਿ ਜਿਹੜੀ ਹਿੰਦੂ ਅਨਡਿਵਾਈਡਡ ਫੈਮਿਲੀ ਹੈ ਉਹਦੇ ਵਿੱਚ ਜਿਹੜਾ ਫੋਰ ਐਗਜ਼ਾਮਪਲ ਬੇਟੀ ਨੂੰ ਪ੍ਰੋਪਰਟੀ ਦਾ ਹਿੱਸਾ ਨਹੀਂ ਹੈ ਕਈ ਜਗ੍ਹਾ ਤੇ, ਉਹ ਬੇਟੀ ਦਾ ਉਹ ਕਹਿੰਦੇ ਜੇ ਅੱਧੋ ਅੱਧ ਪ੍ਰਾਪਰਟੀ ਦਾ ਹਿੱਸਾ ਕਰ ਦਿਓ, ਤਾਂ ਉਹ ਨੈਚੁਰਲੀ ਐਕਸੈਪਟੇਬਲ ਨਹੀਂ ਹੋਏਗਾ। ਇਸੇ ਕਰਕੇ ਸੰਵਿਧਾਨ ਸਭਾ ਦੇ ਵਿੱਚ, ਇਸੇ ਕਰਕੇ ਪਿਛਲੇ ਲਾ ਕਮਿਸ਼ਨ ਨੇ ਕਿਹਾ ਸੀਗਾ ਵੀ ਇਹ ਡਿਜ਼ਾਇਰੇਬਲ ਨਹੀਂ ਹੈ, ਕਿਉਂਕਿ ਜਿਵੇਂ ਮੈਂ ਸ਼ੁਰੂ ਤੋਂ ਹੀ ਕਿਹਾ ਵੀ ਡਾਈਵਰਸਿਟੀ ਇੰਨੀ ਜ਼ਿਆਦਾ ਹੈਗੀ ਆ, ਉਹਨੂੰ ਤੁਸੀਂ ਇੱਕ ਲੜੀ ਦੇ ਵਿੱਚ ਪਰੋ ਨਹੀਂ ਸਕਦੇ। ਔਰ ਸਾਡਾ ਜਿਹੜਾ ਆਈਡੀਆ ਆਫ ਇੰਡੀਆ, ਮੈਂ ਵੀ ਦੱਸਦੇ ਹਾਂ, ਆਈਡੀਆ ਆਫ ਇੰਡੀਆ ਡਾਈਵਰਸਿਟੀ ਨੂੰ ਐਕਸੈਪਟ ਕਰਕੇ ਚੱਲਦਾ ਹੈ, ਯਾਨੀ ਕਿ ਭਿੰਨਤਾਵਾਂ ਨੂੰ ਐਕਸੈਪਟ ਕਰਕੇ ਚੱਲਦਾ ਹੈ। ਹਾਂ, ਅਗਰ ਕੋਈ ਭਿੰਨਤਾ ਕੋਈ ਇਸ ਤਰ੍ਹਾਂ ਦੀ ਹੈਗੀ ਹੈ ਜਿਹਦੇ ਵਿੱਚ ਸੰਵਿਧਾਨ ਦੀ ਅਵੇਲਨਾ ਹੋ ਰਹੀ ਹੋਵੇ ਜਾਂ ਕਿਸੇ ਲਾਅ ਦੀ ਅਵੇਲਨਾ ਹੋ ਰਹੀ ਹੋਵੇ, ਉੱਥੇ ਤੁਸੀਂ ਰਿਫਾਰਮ ਲਿਆ ਸਕਦੇ ਹੋ, ਉਹ ਲਿਆਉਣੇ ਚਾਹੀਦੇ ਆ। ਇਹਦੇ ਵਿੱਚ ਇੱਕ ਹੋਰ ਵੀ ਮੈਂ ਐਡ ਕਰੂੰਗਾ ਕਿ ਮੁਸਲਿਮ ਕਮਿਊਨਿਟੀ ਦੇ ਜਿਹੜੇ ਲੀਡਰਸ ਹੈ ਉਹਨਾਂ ਨੂੰ ਵੀ ਇਸ ਵੱਲ ਦੇਖਣਾ ਚਾਹੀਦਾ ਹੈ ਕਿ ਔਰ ਆਬਜੈਕਟਿਵਲੀ ਸੋਚਣਾ ਚਾਹੀਦਾ ਹੈ, ਅਗਰ ਕੋਈ ਰਿਫਾਰਮ ਹੋ ਸਕਦਾ ਉਹ ਰਿਫਾਰਮ ਜ਼ਰੂਰ ਕਰਨਾ ਚਾਹੀਦਾ। ਜੈਸੇ ਕਿ ਨਿਕਾਹਨਾਮੇ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਰਿਫਾਰਮਸ ਹੋਏ ਆ ਜਿਹੜੇ ਕਿ ਮੁਸਲਿਮ ਪਰਸਨਲ ਲਾਅ ਬੋਰਡ ਨੇ ਕੀਤੀਆਂ। ਇਸੇ ਤਰੀਕੇ ਦੇ ਨਾਲ ਹੋਰ ਜਿਹੜੇ ਰਿਫਾਰਮਸ ਹੋ ਸਕਦੇ ਆ
ਉਹ ਕਮਿਊਨਿਟੀ ਕਰੇ, ਉਹਦੇ ਨਾਲ ਤੁਸੀਂ ਜ਼ਿਆਦਾ ਐਕਸੈਪਟੇਬਿਲਿਟੀ ਇਹਨਾਂ ਕਾਨੂੰਨਾਂ ਦੀ ਬਣਾ ਸਕਦੇ ਹੋ। ਅਦਰਵਾਈਜ਼ ਅਗਰ ਤੁਸੀਂ ਇੰਪੋਜ਼ ਕਰੋਗੇ ਤਾਂ ਉਹਦਾ ਵਾਇਆ ਮੀਡੀਆ ਕੋਈ ਨਾ ਕੋਈ ਕੱਢਿਆ ਜਾਏਗਾ। ਉਹ ਵਾਇਆ ਮੀਡੀਆ ਦੇ ਥਰੂ ਲੋਕ ਜਿਹੜੇ ਹੈਗੇ ਆ ਉਹ ਪੁਰਾਣੇ ਆਪਣੇ ਜਿਹੜੇ ਪਰਸਨਲ ਕਾਨੂੰਨ ਹੈ ਉਹਨਾਂ ਨੂੰ ਮੰਨਣ ਦੀ ਕੋਸ਼ਿਸ਼ ਕਰਨਗੇ। ਮੈਂ ਆਰਟੀਕਲ 25 ਤੇ ਫਿਰ ਵਾਪਸ ਆ ਰਿਹਾ, ਮੈਂ ਉੱਥੋਂ ਜ਼ਰੂਰ ਸਮਝਣਾ ਚਾਹੁੰਦਾ। ਮੈਂ ਸਬਰੀਮਾਲਾ ਕੇਸ ਦਾ ਵੀ ਜ਼ਿਕਰ ਕਰਨਾ ਚਾਹੁੰਦਾ। ਜੀ ਜਦੋਂ ਉਹ ਅਧਿਕਾਰ ਨਹੀਂ ਪ੍ਰਾਪਤ ਹੋਏ ਉਸ ਕਮਿਊਨਿਟੀ ਨੂੰ ਜਿੰਦਾ ਸਾਰਾ ਜ਼ਿਕਰ ਹੋ ਰਿਹਾ, ਬਾਕੀ ਕਮਿਊਨਿਟੀ ਦੇ ਵਿੱਚ ਵੀ ਇਹੋ ਜਿਹੇ ਕਈ ਤਰੇੜਾਂ ਹੈਗੀਆਂ ਨੇ, ਉਹ ਅਧਿਕਾਰਾਂ ਨੂੰ ਪਹਿਲਾਂ ਲਾਗੂ ਕਰਾਉਣਾ ਜ਼ਰੂਰੀ ਹੈ ਜਾਂ UCC ਲਿਆਉਣਾ ਪਹਿਲਾਂ ਜ਼ਰੂਰੀ ਹੈ? ਦੇਖੋ ਗੱਲ ਇਹ ਹੈਗੀ ਹੈ ਕਿ ਮੈਂ ਔਰਤਾਂ ਨੂੰ ਕੇਂਦਰਿਤ ਕਰਕੇ ਗੱਲ ਕਰ ਰਿਹਾ ਮੈਂ ਦੱਸਦਾ ਕਿ ਦੋ ਇਸ਼ੂਜ਼ ਹੈਗੇ ਇਹਦੇ ਪਰ। ਇੱਕ ਇਸ਼ੂ ਹੈਗਾ ਸ਼ਾਹ ਬਾਨੋ ਦਾ ਕੇਸ। ਤੁਹਾਡੇ ਯਾਦ ਹੋਗਾ ਸ਼ਾਹ ਬਾਨੋ ਦੇ ਕੇਸ ਦੇ ਵਿੱਚ ਉਹ ਮੇਰੇ ਖਿਆਲ 62 ਇਅਰਸ ਦੀ ਲੇਡੀ ਸੀਗੀ, ਉਹਨੂੰ ਡਾਈਵੋਰਸ ਕਰਤਾ ਔਰ ਉਸ ਤੋਂ ਬਾਅਦ ਮੇਨਟੇਨੈਂਸ ਦਾ ਮੁੱਦਾ ਆਇਆ। ਮੇਨਟੇਨੈਂਸ ਪਤਾ ਨਹੀਂ 50 ਰੁਪਏ ਪਤਾ ਨਹੀਂ ਜੋ ਵੀ ਦਿੱਤਾ। ਤਾਂ ਮੁਸਲਿਮ ਸਕਾਲਰਸ ਨੇ ਕਿਹਾ ਕਿ ਮੇਨਟੇਨੈਂਸ ਨਾਂ ਦੀ ਕੋਈ ਚੀਜ਼ ਇਸਲਾਮ ਦੇ ਉਹਦੇ ਵਿੱਚ ਨਹੀਂ ਹੈ, ਕਿਉਂਕਿ ਨੇਚਰ ਆਫ ਜਿਹੜੀ ਮੈਰਿਜ ਹੈ ਇਸਲਾਮ ਦੇ ਵਿੱਚ ਇਟ ਇਜ਼ ਅ ਸੋਸ਼ਲ ਕੰਟਰੈਕਟ। ਹਿੰਦੂਇਜ਼ਮ ਦੇ ਵਿੱਚ ਸੋਸ਼ਲ ਕੰਟਰੈਕਟ ਨਹੀਂ ਹੈ। ਹਿੰਦੂਇਜ਼ਮ ਦੇ ਵਿੱਚ ਮੈਰਿਜ ਜਿਹੜੀ ਹੈਗੀ ਜਨਮ ਜਨਮਾਂਤਰਾਂ ਦਾ ਰਿਸ਼ਤਾ ਹੈ। ਇਸਲਾਮ ਦੇ ਵਿੱਚ ਮੈਰਿਜ ਇੱਕ ਸੋਸ਼ਲ ਕੰਟਰੈਕਟ ਹੈ। ਦੋ ਐਡਲਟ ਬੰਦੇ ਆਪਣੇ ਆਪ 'ਚ ਕੰਟਰੈਕਟ ਕਰਦੇ ਆ। ਜਦੋਂ ਕੰਟਰੈਕਟ ਟੁੱਟ ਗਿਆ, ਭਾਈ ਤੂੰ ਆਪਣੇ ਰਸਤੇ ਮੈਂ ਆਪਣੇ ਰਸਤੇ। ਲੇਕਿਨ ਇਸਲਾਮ ਇਹ ਕਹਿੰਦਾ ਹੈ ਕਿ ਜਿਸ ਵੇਲੇ ਤੁਸੀਂ ਵਾਈਫ ਨੂੰ ਡਾਈਵੋਰਸ ਦੇਣੇ ਹੋ ਕਿਸੇ ਵੀ ਹਾਲਤ ਦੇ ਵਿੱਚ, ਫਸਟ ਆਫ ਆਲ ਡਾਈਵੋਰਸ ਨੂੰ ਇੱਕ ਬਹੁਤ ਅੱਛੀ ਚੀਜ਼ ਨਹੀਂ ਸਮਝੀ ਜਾਂਦੀ ਇਸਲਾਮ ਦੇ ਵਿੱਚ। ਲੇਕਿਨ ਅਲਾਓ ਕੀਤੀ ਹੈ ਤਾਂ ਕਿ ਬਜਾਏ ਇਸ ਦੇ ਕਿ ਦੋਨੇ ਇੱਕ ਦੂਸਰੇ ਨਾਲ ਰਹਿ ਕੇ ਭਿੜਦੇ ਰਹਿਣ ਇੱਕ ਦੂਸਰੇ ਦੇ ਵਿੱਚ, ਭਾਈ ਤੁਸੀਂ ਅਲੱਗ ਹੋ ਜਾਓ, ਮਜਬੂਰੀ ਦੇ ਵਿੱਚ ਅਲੱਗ ਹੋ ਜਾਓ। ਤਾਂ ਉਹਦੇ ਵਿੱਚ ਅਗਰ ਤੁਹਾਨੂੰ ਅਲੱਗ ਹੋ ਗਏ ਤਾਂ ਉਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਕੁਝ ਦੇ ਕੇ ਵਿਦਾ ਕਰੋ। ਦੇ ਕੇ ਵਿਦਾ ਕਰੋ, ਕੁਝ ਵੀ ਹੋ ਸਕਦਾ, ਉਹ ਪ੍ਰਾਪਰਟੀ ਵੀ ਹੋ ਸਕਦੀ ਹੈ, ਕੋਈ ਹੋਰ ਚੀਜ਼ ਹੋ ਸਕਦੀ ਹੈ। ਸ਼ਾਹ ਬਾਨੋ ਕੇਸ ਦੇ ਵਿੱਚ ਜਿਸ ਵੇਲੇ ਇਹ ਜਜਮੈਂਟ ਆਈ, ਇਸ ਜਜਮੈਂਟ ਨੂੰ ਮੁਸਲਿਮਸ ਜਾਂ ਮੁਸਲਿਮ ਪਰਸਨ ਲਾ ਬੋਰਡ ਵਗੈਰਾ ਨੇ ਪ੍ਰੈਸ਼ਰ ਪਾਇਆ ਕਿ ਨਹੀਂ ਜੀ, ਨਹੀਂ ਤਾਂ ਸਾਡੇ ਧਰਮ ਦੇ ਖਿਲਾਫ ਹੈ। ਫਿਰ ਉਹ ਕਾਨੂੰਨ ਬਣਿਆ। ਉਸ ਕਾਨੂੰਨ ਜਿਹੜਾ ਸੀ ਉਹਨੇ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਜਿਹੜਾ ਸੀਗਾ ਨਫੀ ਕਰਤਾ। ਇਹੀ ਚੀਜ਼ ਸਬਰੀਮਾਲਾ ਦੇ ਕੇਸ ਦੇ ਵਿੱਚ ਹੋਈ। ਹੁਣ ਇਹ ਜੇ ਸ਼ਾਹ ਬਾਨੋ ਦੇ ਕੇਸ ਨੂੰ ਤਾਂ ਤੁਸੀਂ ਬਾਰ-ਬਾਰ ਕੋਟ ਕਰ ਰਹੇ ਹੋ, ਬਾਰ-ਬਾਰ ਕੋਟ ਕਰ ਰਹੇ ਹੋ, ਇਹ ਹੋਇਆ। ਸਬਰੀਮਾਲਾ ਕੇਸ ਦੇ ਵਿੱਚ ਵੀ ਤਾਂ ਇਹੀ ਕੁਝ ਹੋਇਆ ਨਾ। ਸੁਪਰੀਮ ਕੋਰਟ ਨੇ ਕੁਝ ਕਿਹਾ, ਲੇਕਿਨ ਉਹਨੂੰ ਨਫੀ ਕਰਨ ਵਾਸਤੇ ਤੁਸੀਂ ਜਿਹੜਾ ਹੈਗਾ ਉੱਥੇ ਜਿਹੜੇ ਵਿਮਨ ਦੀ ਐਂਟਰੀ ਜਿਹੜੀ ਸੀਗੀ ਉਹਨੂੰ ਫੇਰ ਉਹ ਕਰਤਾ, ਜਦ ਕਿ ਕੋਰਟਾਂ ਤਾਂ ਕਹਿੰਦੀਆਂ ਭਾਈ ਐਕਸੈਪਟ ਹੈ। ਮੇਰਾ ਸਵਾਲ ਹੀ ਹੈ ਡਾਕਟਰ ਖਾਲਿਦ, ਮੈਂ ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਵਾਪਸ ਆ ਰਿਹਾ। ਸਵਾਲ ਇਹ ਬੜਾ ਮਹੱਤਵਪੂਰਨ ਹੈਗਾ ਕਿ ਜਿਹੜੇ ਪਹਿਲਾਂ ਸਾਡੇ ਕੋਲ ਅਧਿਕਾਰ ਹੈਗੇ ਆ ਉਹਨਾਂ ਨੂੰ ਲਾਗੂ ਕਰਵਾਉਣਾ ਕਿੰਨਾ ਜ਼ਰੂਰੀ ਹੈ, ਉਹ ਅਸੀਂ ਜ਼ਮੀਨ ਤੇ ਕਿੰਨਾ ਉਤਾਰ ਸਕੇ ਹਾਂ। ਤੇ ਇੱਕ ਨਵੇਂ ਕਾਨੂੰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਉਸ ਦਾ ਇੰਤਜ਼ਾਰ ਹੈ। ਡਰਾਫਟ ਮਸੌਦਾ ਖਰੜਾ ਸਾਡੇ ਸਾਹਮਣੇ ਆਊਗਾ, ਫਿਰ ਹੋਰ ਬਹਿਸ ਹੋਰ ਤਰੀਕੇ ਦੀ ਹੋਵੇਗੀ। ਪਰ ਜਿਹੜੀ ਹੁਣ ਬਹਿਸ ਹੋ ਰਹੀ ਹੈ, ਡਾਕਟਰ ਖਾਲਿਦ ਕਹਿ ਰਹੇ ਆ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਚੀਜ਼ਾਂ ਦਾ ਤੇ ਅਸੀਂ ਐਵੇਂ ਹੀ ਬੋਲੀ ਜਾਂਦੇ ਹਾਂ। ਇਸ ਲਈ ਡਾਕਟਰ ਖਾਲਿਦ ਨੂੰ ਸੱਦਿਆ ਕਿ ਅਸੀਂ ਸਮਝ ਸਕੀਏ ਕਿ ਬੋਲਣਾ ਹੈ ਕੀ ਹੈ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਖਾਲਿਦ ਸਾਡੇ ਨਾਲ ਨੇ। ਡਾਕਟਰ ਖਾਲਿਦ, ਮੈਂ ਇਹੀ ਚੀਜ਼ ਸਮਝਣਾ ਚਾਹੁੰਦਾ ਕਿ ਜਦੋਂ ਇਹ ਟ੍ਰਿਪਲ ਤਲਾਕ ਦਾ ਮਸਲਾ ਸਾਡੇ ਸਾਹਮਣੇ ਆਉਂਦਾ ਜਾਂ ਹੋਰ ਔਰਤਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ, ਔਰਤਾਂ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ, ਉਦੋਂ ਜਦੋਂ ਸਬਰੀਮਾਲਾ ਦਾ ਕੇਸ ਸਾਡੇ ਸਾਹਮਣੇ ਪਿਆ ਹੈਗਾ ਤੇ ਉੱਥੇ ਅਸੀਂ ਜੱਜਮੈਂਟਸ ਹੈ ਉਹਨਾਂ ਨੂੰ ਹੀ ਅਸੀਂ ਗਰਾਊਂਡ ਤੇ ਨਹੀਂ ਉਤਾਰ ਸਕੇ ਹੈ ਜ਼ਿਕਰ, ਤੇ ਅਸੀਂ ਇੱਕ ਨਵੇਂ ਲਾ ਦੀ ਤਿਆਰੀ ਕਰਦੇ ਪਏ ਹਾਂ। ਮੈਂ ਇਹ ਚੀਜ਼ ਸਮਝਣਾ ਚਾਹੁੰਦਾ ਸਰ। ਦੇਖੋ ਮੈਂ ਦੱਸਦਾ ਤੁਹਾਨੂੰ ਕਿ ਸਿਰਫ ਸਬਰੀਮਾਲਾ ਦਾ ਕੇਸ ਹੀ ਨਹੀਂ ਹੈ। ਆ ਇੱਕ ਤਾਮਿਲਨਾਡੂ ਦੇ ਵਿੱਚ ਜਲੀਕੱਟੂ ਇੱਕ ਮਸਲਾ ਸੀਗਾ ਜਿਹੜਾ ਕਿ ਉਹ ਐਨੀਮਲਸ ਨਾਲ ਉਹ ਘੋਲ ਕਰਦੇ ਆ ਜਾਂ ਜੋ ਵੀ ਹੈ, ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਕਿ ਨਹੀਂ ਹੋਣਾ ਚਾਹੀਦਾ। ਲੇਕਿਨ ਉਹ ਕਹਿੰਦੇ ਨਹੀਂ ਜੀ, ਨਹੀਂ, ਸਾਡੀ ਤਾਂ ਆਸਥਾ ਨਾਲ ਜੁੜਿਆ ਹੋਇਆ, ਸਾਡਾ ਤਾਂ ਕਲਚਰ ਦਾ ਪਾਰਟ ਹੈ, ਅਸੀਂ ਇਹ ਚੀਜ਼ ਨਹੀਂ ਐਕਸੈਪਟ ਕਰ ਸਕਦੇ। ਇਸ ਕਰਕੇ ਗਵਰਨਮੈਂਟ ਆਫ ਦਾ ਡੇ, ਕੋਈ ਵੀ ਗਵਰਨਮੈਂਟ ਹੋਵੇ, ਉਹਨੂੰ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਸੰਵਿਧਾਨ ਦੀ ਮਰਿਆਦਾ ਦੇ ਮੁਤਾਬਕ ਜੋ ਕਾਨੂੰਨ ਇਸ ਵੇਲੇ ਹੈਗੇ ਜਾਂ ਜੋ ਜਜਮੈਂਟਸ ਹਾਈ ਕੋਰਟ ਸੁਪਰੀਮ ਕੋਰਟ ਨੇ ਦਿੱਤੀਆਂ ਉਹ ਜਜਮੈਂਟਾਂ ਲਾਗੂ ਹੋ ਰਹੀਆਂ। ਉੱਥੇ ਤਾਂ ਤੁਸੀਂ ਸ਼ਾਰਟਕਟ ਮਾਰਦੇ ਹੋ, ਉੱਥੇ ਵੋਟ ਬੈਂਕ ਪੋਲਿਟਿਕਸ ਹੈ ਕਿ ਅਗਰ ਅਸੀਂ ਇਹ ਕੰਮ ਐਕਸੈਪਟ ਕਰ ਲਿਆ ਤਾਂ ਸਾਡਾ ਫਲਾਣੀ ਜਗ੍ਹਾ ਤੋਂ ਵੋਟ ਟੁੱਟ ਜਾਊਗਾ, ਚਲਾ ਜਾਏਗਾ। ਇਸ ਕਰਕੇ ਤੁਸੀਂ ਕੀ ਕਰਦੇ ਹੋ ਕਿ ਕਾਨੂੰਨ ਜਿਵੇਂ ਕਿ ਇਹਦੇ ਵਿੱਚ ਇਸ ਕੇਸ 'ਚ ਵੀ ਹੋਇਆ, ਸ਼ਾਹ ਬਾਨੋ ਕੇਸ 'ਚ ਵੀ ਹੋਇਆ, ਸਬਰੀਮਾਲਾ ਕੇਸ 'ਚ ਵੀ ਹੋਇਆ, ਜਲੀਕੱਟੂ ਜਿਹੜਾ ਹੈਗਾ ਤਾਮਿਲਨਾਡੂ 'ਚ ਇਸ ਕੇਸ ਦੇ ਵਿੱਚ ਵੀ ਹੋਇਆ। ਤੁਸੀਂ ਪਲਟ ਰਹੇ ਹੋ ਜਜਮੈਂਟਸ। ਜਾਂ ਤਾਂ ਤੁਸੀਂ ਐਕਸੈਪਟ ਕਰੋ ਔਰ ਸਾਰਿਆਂ 'ਚ ਐਕਸੈਪਟ ਕਰੋ, ਜਾਂ ਫਿਰ ਇਹ ਕਹੋ ਕਿ ਠੀਕ ਹੈ ਸੁਪਰੀਮ ਕੋਰਟ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਕੋਈ ਲੋੜ ਹੀ ਕੋਈ ਨਹੀਂ ਹੈ। ਫੋਰ ਐਗਜ਼ਾਮਪਲ
ਸੁਪਰੀਮ ਕੋਰਟ ਜਾਂ ਕੋਈ ਵੀ ਕੋਰਟ ਜਿਹੜੀ ਹੈਗੀ ਹੈ ਕਿਸੇ ਵੀ ਧਾਰਮਿਕ ਟੈਕਸਟ ਨੂੰ ਇੰਟਰਪ੍ਰੈਟ ਨਹੀਂ ਕਰ ਸਕਦੀ। ਯਾਨੀ ਉਹਦੇ 'ਚ ਫॉर ਐਗਜ਼ਾਮਪਲ ਕੁਰਾਨ ਨੂੰ ਜਾਂ ਗੀਤਾ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਉਹ ਚੀਜ਼ ਨਹੀਂ ਕਰ ਸਕਦੀ, ਕਿਉਂਕਿ ਇੱਕ ਏਰੀਆ ਹੈਗਾ ਜਿਹੜਾ ਏਰੀਆ ਦੇ ਵਿੱਚ ਉਹ ਆਪਣੇ ਆਪ ਨੂੰ ਰਿਕਿਊਜ਼ ਕਰਕੇ ਚੱਲਦੀ ਹੈ ਕਿ ਨਹੀਂ ਜੀ ਇਹ ਏਰੀਆ ਸਾਡਾ ਨਹੀਂ ਹੈ, ਸਾਡਾ ਤਾਂ ਸਿਵਲ ਲਾਜ਼ ਹੈ, ਦੂਸਰੇ ਲਾਜ਼ ਆ, ਉਹਦੇ ਮੁਤਾਬਕ ਹੋਣਾ ਚਾਹੀਦਾ। ਸੁਪਰੀਮ ਕੋਰਟ ਦੀਆਂ ਜਾਂ ਐਪੈਕਸ ਕੋਰਟ ਦੀਆਂ ਜਿੰਨੀਆਂ ਵੀ ਜਜਮੈਂਟਸ ਹੈ ਧਾਰਮਿਕ ਇਸ਼ੂਜ਼ ਦੇ ਉੱਪਰ, ਜਾਂ ਤੁਸੀਂ ਉਹਨਾਂ ਨੂੰ ਐਕਸੈਪਟ ਕਰੋ ਸਾਰਿਆਂ ਨੂੰ, ਜਾਂ ਉਹਨਾਂ ਨੂੰ ਤੁਸੀਂ ਕਹੋ ਵੀ ਜੀ ਤੁਸੀਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰਨਾ, ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ ਕਿ ਕਿਆ ਯੂਨੀਫਾਰਮ ਸਿਵਲ ਕੋਡ ਦੀ ਲੋੜ ਹੈ? ਕਿਆ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਹੰਗਾਮਾ ਚੱਲ ਰਿਹਾ ਹੈ? ਡਾਕਟਰ ਖਾਲਿਦ, ਇਹਦੇ ਵਿੱਚ ਵੀ ਸਵਾਲ ਹੈ ਡਾਕਟਰ ਖਾਲਿਦ, ਜਦੋਂ ਉਹਨਾਂ ਨੇ ਆਪਣਾ ਏਜੰਡਾ ਪਬਲਿਕ ਦੇ ਅੱਗੇ ਰੱਖਿਆ ਸੀਗਾ ਕਿ ਯੂਨੀਫਾਰਮ ਸਿਵਲ ਕੋਡ ਲੈ ਕੇ ਆਉਣਾ, ਉਹ ਇਹ ਕਹਿਣਗੇ ਕਿ ਲੋਕਾਂ ਨੇ ਸਾਨੂੰ ਉਸ ਮੁੱਦੇ ਦੇ ਉੱਤੇ ਵੋਟਾਂ ਪਾਈਆਂ ਤੇ ਲੋਕਾਂ ਨਾਲ ਜਿਹੜਾ ਅਸੀਂ ਪ੍ਰੋਮਿਸ ਕੀਤਾ ਸੀ ਪੂਰਾ ਕਿਉਂ ਨਾ ਕਰੀਏ? ਦੇਖੋ ਇੱਦਾਂ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਮੈਜੋਰਿਟੀ ਲੈ ਕੇ ਸੱਤਾ ਦੇ ਵਿੱਚ ਆਉਣਾ ਔਰ ਸੱਤਾ ਦਾ ਸੰਚਾਲਨ ਕਰਨਾ ਇੱਕ ਚੀਜ਼ ਹੈ, ਸੱਤਾ 'ਚ ਆ ਕੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਦੂਸਰੀ ਚੀਜ਼ ਹੈ। ਔਰ ਡੈਮੋਕ੍ਰੇਸੀ ਇਸ ਚੀਜ਼ ਦੀ ਡਿਮਾਂਡ ਕਰਦੀ ਹੈ ਕਿ ਸੱਤਾ ਤੁਹਾਨੂੰ ਲੋਕਾਂ ਨੇ ਦਿੱਤੀ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਆਪ ਹੁਦਰੀ ਕਰੋਗੇ, ਹੁਣ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ। ਦੈਟ ਮੀਨਸ ਜਿਹੜੇ ਸਟੇਕ ਹੋਲਡਰ ਹੈ ਜਿਨ੍ਹਾਂ ਦੇ ਉੱਪਰ ਤੁਸੀਂ ਕਾਨੂੰਨ ਲਾਗੂ ਕਰਨੇ ਹੈ। ਸਰ ਉਹ ਸਟੇਕ ਹੋਲਡਰ ਇਕਜੁੱਟ ਹੀ ਨਹੀਂ ਹੈਗੇ ਸਰ, ਸਰਕਾਰ ਨੂੰ ਇਸ ਗੱਲ ਦਾ ਪਤਾ ਹੈ। ਹਾਂ, ਸਟੇਕ ਹੋਲਡਰ ਇਕਜੁੱਟ ਨਹੀਂ ਹੈਗੇ ਸਰ, ਕਮਿਊਨਿਟੀ ਡਿਵਾਈਡ ਹੈ। ਇਸੇ ਕਰਕੇ ਸਰਕਾਰ ਦੇ ਵਿੱਚੋਂ ਵੀ ਆਵਾਜ਼ਾਂ ਉੱਠ ਰਹੀਆਂ ਨੇ ਇਸੇ ਚੀਜ਼ ਦੀਆਂ ਕਿ ਵੀ ਅਗਰ ਤੁਸੀਂ ਲਾਗੂ ਕਰੋਗੇ ਤਾਂ ਟ੍ਰਾਈਬਲ ਜਿਹੜੇ ਹੈਗੇ ਉਹ 12-13 ਕਰੋੜ ਟ੍ਰਾਈਬਲ ਹੈ ਇੰਡੀਆ ਦੇ ਵਿੱਚ, ਔਰ ਉਹਨਾਂ ਦੇ ਆਪਣੇ ਆਪਣੇ ਮਸਲੇ ਹੈਗੇ ਆ। ਉਹਨਾਂ ਤੇ ਬਹੁਤ ਸਾਰੇ ਫॉर ਐਗਜ਼ਾਮਪਲ ਬਹੁਤ ਮਸਲੇ, ਯਾਨੀ ਕਿ 2 ਮੈਰਿਜ ਜਿਹੜੀ ਹੈਗੀ ਆ, ਬਾਈਗੈਮੀ ਜਿਹੜੀ ਹੈਗੀ ਆ, ਉਹ ਪੂਰੀ ਤਰ੍ਹਾਂ ਐਕਸੈਪਟੇਬਲ ਹੈ, ਪ੍ਰਚਲਿਤ ਹੈ ਅੱਜ ਵੀ, ਇੱਕ ਚੀਜ਼। ਦੂਸਰੀ, ਲੋਕ ਕੀ ਕਰਦੇ ਆ, ਦੂਸਰੀ ਮੈਰਿਜ ਈਵਨ ਅਮੰਗ ਹਿੰਦੂਜ਼, ਦੂਸਰੀ ਮੈਰਿਜ ਤੋਂ ਲੁਕਣ ਵਾਸਤੇ ਕੀ ਕਰਦੇ ਆ, ਇੱਕ ਮੈਰਿਜ ਉਹ ਪੂਰੀ ਕਰ ਲਈ 7 ਫੇਰਿਆਂ ਵਾਲੀ, ਦੂਜੀ ਮੈਰਿਜ 5 ਫੇਰਿਆਂ ਨਾਲ ਕਰ ਲੈਂਦੇ ਆ, ਉਹ ਉਹਨਾਂ ਨਾਲ ਮੈਰਿਜ ਰਜਿਸਟਰ ਨਹੀਂ ਹੁੰਦੀ, 2 ਵਾਈਫਸ ਵੀ ਰੱਖਦੇ ਆ। ਇਸ ਤਰ੍ਹਾਂ ਦੇ ਵੀ ਬੜੇ ਕੇਸਿਸ ਹੈਗੇ, ਯਾਨੀ 7 ਫੇਰੇ ਲੈਣੇ ਜ਼ਰੂਰੀ ਹੈ, ਉਹ 5 ਫੇਰੇ ਲੈ ਲੈ ਤੇ ਉਹ ਮੈਰਿਜ ਹੋ ਗਈ, ਲੇਕਿਨ ਜਿਹੜੀ ਹੈਗੀ ਦੂਸਰੀ ਵਾਈਫ ਵੀ ਰਹਿੰਦੀ ਹੈ। ਮਾਮੇ ਨਾਲ ਮੈਰਿਜ ਜਿਹੜੀ ਹੈਗੀ ਬੜੀ ਆਮ ਹੈ ਉਹਦੇ ਵਿੱਚ, ਸਾਊਥ ਦੇ ਵਿੱਚ, ਔਰ ਉਹਨੂੰ ਬੜੇ ਪ੍ਰੈਫਰ ਕੀਤਾ ਜਾਂਦਾ ਹੈ ਮਾਮੇ ਨਾਲ ਮੈਰਿਜ। ਕਿਆ ਤੁਸੀਂ ਇਹ ਸਾਰੇ ਉੱਪਰ ਲਾਗੂ ਕਰੋਗੇ ਜਾਂ ਉਹਨੂੰ ਸਾਰਿਆਂ ਨੂੰ ਹਟਾਓਗੇ? ਯਾਨੀ ਅਗਰ ਤੁਸੀਂ ਇੰਨੀ ਜ਼ਿਆਦਾ ਜਿਹਨੂੰ ਕਹਿੰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਪਰਸਨਲ ਕਾਨੂੰਨ ਹੈਗੇ ਆ ਜਾਂ ਰੀਤੀ ਰਿਵਾਜ ਹੈਗੇ ਆ, ਉਹਨਾਂ ਸਾਰਿਆਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਲੜੀ 'ਚ ਪਰੋ ਕੇ ਸਭ ਨੂੰ ਕਹੋਗੇ ਆਹ ਸਾਰਿਆਂ ਵਾਸਤੇ ਕਾਨੂੰਨ ਹੈ, ਉਹ ਚੀਜ਼ ਮੇਰਾ ਖਿਆਲ ਹੈ ਕਾਫੀ ਜ਼ਿਆਦਾ ਡਿਸਟਰਬਿੰਗ ਹੋਊਗੀ ਕਮਿਊਨਿਟੀਜ਼ ਵਾਸਤੇ, ਔਰ ਉਹਦੇ ਨਾਲ ਬਜਾਏ ਇਸ ਦੇ ਕਿਹਾ ਜਾਂਦਾ ਨਾ ਕਿ ਯੂਨਿਟੀ ਪੈਦਾ ਹੋਏਗੀ, ਉਹਦੇ ਨਾਲ ਹੋਰ ਜ਼ਿਆਦਾ ਵਿਗਾੜ ਪੈਦਾ ਹੋਊਗਾ। ਕਿਉਂਕਿ ਮੈਂ ਤੁਹਾਨੂੰ ਦੱਸਦਾ KP ਜੀ ਕਿ ਕਾਨੂੰਨ ਜਿਹੜਾ ਹੈਗਾ ਉਹ ਇੰਨਾ ਸਿੱਧਾ ਨਹੀਂ ਹੁੰਦਾ, ਇਹ ਬੜੀ ਕੰਪਲੈਕਸ ਕਿਸਮ ਦੀ ਪ੍ਰਕਿਰਿਆ। ਨਹੀਂ, ਉਹ ਤਾਂ ਸਾਡੇ ਕੇ ਰੱਖੇ ਜਾ ਰਿਹਾ ਕਿ ਯੂਨਿਟੀ ਹੋਊਗੀ ਦੇਸ਼ ਵਿੱਚ, ਤੁਸੀਂ ਉਸ ਨੂੰ ਖਾਰਜ ਕਰ ਰਹੇ ਹੋ। ਮੈਂ ਬਿਲਕੁਲ ਮੈਂ ਖਾਰਜ ਕਰ ਰਿਹਾ, ਕਿਉਂਕਿ ਲਾਅ ਜਿਹੜਾ ਹੈਗਾ ਆਪਾਂ ਇੱਕ ਸਿੰਪਲ ਇਹ ਕਹੀਏ ਜੀ ਵੀ KP ਜੀ ਤੁਸੀਂ WhatsApp ਤੇ ਮੈਸੇਜ ਤੁਹਾਨੂੰ ਮੈਂ ਭੇਜ ਰਿਹਾ, ਇਹ ਲਿੰਕ ਭੇਜ ਕੇ ਕਲਿੱਕ ਕਰ ਦਿਓ, ਇਹ ਲਾਅ ਕਮਿਸ਼ਨ ਨੂੰ ਚਲਾ ਜਾਊਗਾ। ਇੱਕ ਕੈਂਪੇਨ ਪੂਰੇ ਇੰਡੀਆ ਦੇ ਵਿੱਚ ਜਾਂ ਚੱਲਿਆ ਹੋਇਆ ਤਾਂ ਕਿ ਉੱਥੋਂ ਮੈਕਸਿਮਮ ਲੋਕਾਂ ਨੂੰ ਕਿਹਾ, ਮੈਕਸਿਮਮ ਨੂੰ ਉੱਥੇ ਜਿਹੜੇ ਹੈਗੇ ਪਟੀਸ਼ਨ ਜਾਣ ਕੇ ਤੁਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰੋ। ਗੱਲ ਇਹ ਹੈ ਵੀ ਜਿਸ ਵੇਲੇ ਤੁਸੀਂ ਲਾਅ ਕੋਈ ਬਣਾਉਂਦੇ ਹੋ, ਲਾਅ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਬੜੀ ਗੁੰਝਲਦਾਰ ਹੁੰਦੀ ਹੈ, ਕੰਪਲੈਕਸ ਹੁੰਦੀ ਹੈ। ਇਹ ਐ ਨਹੀਂ ਹੁੰਦਾ ਵੀ ਚਲ ਜੀ ਆਹ 3-4 ਚੀਜ਼ਾਂ ਕਰਕੇ ਤੁਸੀਂ ਯੂਨੀਫਾਰਮ ਸਿਵਲ ਕੋਡ ਬਣਦੇ ਹੋ। ਲਾਅ ਲੋਕਾਂ ਵਾਸਤੇ ਬਣਾਇਆ ਜਾਂਦਾ ਹੈ, ਲਾਅ ਲੋਕਾਂ ਦੀ ਸੁਵਿਧਾ ਵਾਸਤੇ ਬਣਾਇਆ ਜਾਂਦਾ ਹੈ। ਲਾਅ ਉਹ ਹੋਣਾ ਚਾਹੀਦਾ ਜਿਹਦੇ ਵਿੱਚ ਲੈਜੀਟੀਮੇਸੀ ਆਫ ਲਾਅ ਹੋਵੇ, ਐਕਸੈਪਟੇਬਿਲਿਟੀ ਆਫ ਲਾਅ ਹੋਵੇ। ਅਗਰ ਤੁਸੀਂ ਕਹੋ ਕਿ ਆਹ ਕਾਨੂੰਨ ਬਣਾਤਾ, ਉਹਦੇ ਵਿੱਚੋਂ ਇੰਨੇ ਜ਼ਿਆਦਾ ਬਿਮਾਰੀਆਂ ਨਿਕਲਣਗੀਆਂ, ਇੰਨੀਆਂ ਜ਼ਿਆਦਾ ਲਿਟੀਗੇਸ਼ਨਸ ਹੋਣਗੀਆਂ, ਇੰਨੇ ਜ਼ਿਆਦਾ ਨਵੇਂ ਉਹਦੇ ਵਿੱਚੋਂ ਪੁਆੜੇ ਨਿਕਲਣਗੇ ਜਿਹੜੇ ਕਿ ਤੁਸੀਂ ਫਿਰ ਸਾਂਭੇ ਨਹੀਂ ਜਾਣੇ, ਫਿਰ ਤੁਸੀਂ ਕਹੋਗੇ ਵੀ ਤਾਂ ਲੋਕਾਂ ਨੇ ਉਸ ਚੀਜ਼ ਨੂੰ ਕ੍ਰਿਟਿਸਾਈਜ਼ ਕਰਨਾ। ਤੁਸੀਂ ਯੂਨੀਫਾਰਮ ਸਿਵਲ ਕੋਡ ਤੇ ਸਿਵਲ ਵਾਰ ਦਾ ਅੰਦੇਸ਼ਾ ਜਤਾ ਰਹੇ ਹੋ? ਸਿਵਲ ਵਾਰ ਨਹੀਂ, ਸਿਵਲ ਵਾਰ ਤਾਂ ਇੱਕ ਹੋਰ ਚੀਜ਼ ਹੈ। ਗੱਲ ਇਹ ਹੈਗੀ ਹੈ ਵੀ ਬਹੁਤ ਜ਼ਿਆਦਾ ਸਿਰਫ ਹਰ ਕਮਿਊਨਿਟੀ ਦੇ ਵਿੱਚ, ਮੈਂ ਕਹਿ ਰਿਹਾ ਕਿ ਲਈ ਮੁਸਲਿਮਸ ਦੀ ਨਹੀਂ ਗੱਲ ਕਰ ਰਿਹਾ, ਹਰ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਜ਼ਿਆਦਾ ਉਬਾਲ ਉੱਠੇਗਾ ਇਸ ਚੀਜ਼ ਦੇ ਐਂਟੀ, ਅਗਰ ਕੋਈ ਇਸ ਤਰ੍ਹਾਂ ਦਾ ਕਾਨੂੰਨ ਲਿਆਂਦਾ ਜਾਂਦਾ ਹੈ ਜਿਹੜਾ ਕਿ ਮੇਰੇ ਪਰਸਨਲ ਕਾਨੂੰਨ ਨੂੰ ਜਾਂ ਮੇਰੀ ਜਿਹੜੀ ਧਾਰਮਿਕ ਮਰਿਆਦਾਵਾਂ ਹੈਗੀਆਂ ਜਿਹਦੇ ਉੱਪਰ ਮੇਰੀ ਲਾਈਫ ਖੜੀ ਹੈ ਉਹਦੀ ਅਵੇਲਨਾ ਕਰਦਾ, ਉਹਦੀ ਉਲੰਘਣਾ ਕਰਦਾ। ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਕਿ ਲੋਕ ਧਰਮ ਦੇ ਨਾਲ, ਸਟੇਟ ਦੇ ਨਾਲ ਤਾਂ ਲੋਕ ਜੁੜੇ ਹੋਏ ਆ। ਮੈਂ ਇੱਕ ਨਾਗਰਿਕ ਹਾਂ ਸਟੇਟ ਦਾ,
ਸਟੇਟ ਲਾ ਕਾਨੂੰਨ ਬਣਾਉਂਦਾ, ਮੈਂ ਕਾਨੂੰਨਾਂ ਨੂੰ ਐਕਸੈਪਟ ਕਰਕੇ ਚੱਲਦਾ। ਲੇਕਿਨ ਧਾਰਮਿਕ ਮਰਿਆਦਾ ਜਿਹੜੀ ਹੈਗੀ ਹੈ ਮੇਰੀ, ਉਹ ਮੇਰੇ ਜਨਮ ਤੋਂ ਪਹਿਲਾਂ ਤੋਂ ਸ਼ੁਰੂ ਹੋ ਗਈ ਮੇਰੀ ਲਾਈਫ ਦੇ ਵਿੱਚ, ਔਰ ਮਰਨ ਤੋਂ ਬਾਅਦ ਵੀ ਸ਼ੁਰੂ ਹੋਣੀ ਹੈ। ਜਿਹੜਾ ਕਿ ਸਟੇਟ ਦਾ ਰਿਸ਼ਤਾ ਮੇਰੇ ਨਾਲ ਮਰਨ ਤੋਂ ਬਾਅਦ ਖਤਮ ਹੋ ਜਾਂਦਾ। ਇਹ ਚੀਜ਼ ਜਿਹੜੀ ਹੈਗੀ ਹੈ, ਇਹ ਲੋਕ ਇਹਦੇ ਨਾਲ ਜੁੜੇ ਹੋਏ ਆ। ਇਸੇ ਕਰਕੇ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਜਿਹੜਾ ਵੀ ਨਾਗਰਿਕ ਹੈ ਉਹ ਧਰਮ ਦੇ ਨਾਲ ਜੁੜਿਆ ਹੋਇਆ ਹੈ, ਉਹ ਸਿਆਸਤ ਨੂੰ ਬਾਅਦ ਚ ਦੇਖਦਾ, ਪਹਿਲਾਂ ਉਹਦੇ ਧਰਮ ਨੂੰ ਦੇਖਦਾ। ਯੈਸ, ਮੈਂ ਉਹੀ ਕਹਿ ਰਿਹਾ ਕਿ ਸਾਡੀ ਲਾਈਫ ਦੇ ਵਿੱਚ ਧਰਮ ਜਿਹੜਾ ਹੈਗਾ ਸਾਡੇ ਜਨਮ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਔਰ ਮਰਨ ਤੋਂ ਬਾਅਦ ਵੀ ਚੱਲਦਾ ਹੈ ਕਿ ਜੀ ਮੋਕਸ਼ ਕਿਵੇਂ ਪ੍ਰਾਪਤ ਹੋਏਗਾ। ਬਾਅਦ ਦੇ ਵਿੱਚ ਤੁਸੀਂ ਜੋ ਵੀ ਉਹਦੇ ਨਾਂ ਤੇ ਦਾਨ ਪੁੰਨ ਵੀ ਕਰਦੇ ਹੋ, ਹੋਰ ਵੀ ਕਰਦੇ ਹੋ। ਸਟੇਟ ਦੇ ਨਾਲ ਮੇਰਾ ਰਿਸ਼ਤਾ ਉਸ ਦਿਨ ਖਤਮ ਹੋ ਗਿਆ ਜਿਸ ਦਿਨ ਮੇਰੀ ਡੈਥ ਹੋ ਗਈ। ਲੇਕਿਨ ਇਸੇ ਕਰਕੇ ਲੋਕ ਜਿਹੜੇ ਹੈਗੇ ਆ ਧਰਮ ਨੂੰ ਹੋਰ ਤਰੀਕੇ ਦੇ ਨਾਲ ਦੇਂਗੇ। ਧਰਮ ਤੇ ਸਟੇਟ ਦਾ ਜਿਹੜਾ ਹੈਗਾ ਟਕਰਾਅ ਨਹੀਂ ਹੋਣਾ ਚਾਹੀਦਾ, ਨਹੀਂ ਕਰਨ ਦੇਣਾ ਚਾਹੀਦਾ, ਕਿਉਂਕਿ ਦੋਨੇ ਬਿਲਕੁਲ ਡਿਫਰੈਂਟ ਡੋਮੇਨਸ ਹੈ। ਤੁਹਾਨੂੰ ਇਹ ਧਰਮ ਤੇ ਰਾਜ ਦਾ ਟਕਰਾਅ ਲੱਗਦਾ? ਤਾਂ ਬਿਲਕੁਲ ਇਹ ਲੱਗ ਰਿਹਾ, ਇਹਦੇ ਵਿੱਚ ਇਹ ਲੱਗ ਰਿਹਾ ਹੈ ਸਟੇਟ, ਕਿਉਂਕਿ ਸਟੇਟ ਦੇ ਵਾਸਤੇ ਵੀ ਸਟੇਟ ਦੇ ਕੰਮ ਕਰਨ ਦੀਆਂ ਵੀ ਲਿਮਿਟੇਸ਼ਨਸ ਹੁੰਦੀਆਂ, ਸਟੇਟ ਦੇ ਲੀਗਲ ਜਾਂ ਕਾਨੂੰਨ ਬਣਾਉਣ ਦੀਆਂ ਵੀ ਲਿਮਿਟੇਸ਼ਨਸ ਹੁੰਦੀਆਂ। ਇਹ ਨਹੀਂ ਹੈ ਕਿ ਵੀ ਸਟੇਟ ਹਰ ਚੀਜ਼ ਦੇ ਉੱਪਰ ਕਾਨੂੰਨ। ਸਰ ਲੋਕਾਂ ਨੇ ਵੋਟ ਕਿਉਂ ਪਾ ਦਿੱਤੀ ਇਹਨਾਂ ਨੂੰ ਇਸ ਏਜੰਡੇ ਤੇ? ਨਹੀਂ, ਦੇਖੋ ਗੱਲ ਇਹ ਹੈਗੀ ਹੈ ਕਿ ਲੋਕਾਂ ਨੇ ਵੋਟ ਪਾਈ, ਉਹ ਇੱਕ ਡਿਫਰੈਂਟ ਇਸ਼ੂ ਹੈ। ਲੋਕਾਂ ਨੇ ਵੋਟ ਪਾਈ, ਮੈਜੋਰਿਟੀ ਦੇਤੀ, ਸਾਰਾ ਕੁਝ ਕਰਤਾ। ਹੁਣ ਜਿਹੜੀ ਸੱਤਾ ਦੇ ਵਿੱਚ ਲੋਕ ਹੈਗੇ ਆ ਜਾਂ ਜਿਹੜੀ ਪਾਰਟੀ ਹੈ, ਜਿਹੜੇ ਲੋਕ ਸੱਤਾ ਨੂੰ ਸੰਚਾਲਨ ਕਰ ਰਹੇ ਆ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਇਹਦੇ ਵਿੱਚ ਸਾਰੀਆਂ ਗੱਲਾਂ, ਉਹਨਾਂ ਨੂੰ ਪ੍ਰੈਸ ਕਰਕੇ, ਉਹਨਾਂ ਨੂੰ ਲੈਵਲ ਕਰਕੇ ਤੁਸੀਂ ਕਾਨੂੰਨ ਲੋਕਾਂ ਨੂੰ ਯੂਨੀਫਾਰਮ ਦੇ ਸਕਦੇ ਹੋ ਜਾਂ ਨਹੀਂ ਦੇ ਸਕਦੇ। ਅਗਰ ਨਹੀਂ ਦੇ ਸਕਦੇ ਤਾਂ ਕਮਿਊਨਿਟੀਜ਼ ਨੂੰ ਕਹੋ ਕਿ ਭਾਈ ਤੁਹਾਨੂੰ ਅਸੀਂ 6 ਮਹੀਨੇ ਦੇ ਦਿੰਦੇ ਹਾਂ, ਸਾਨੂੰ ਆਹ ਪ੍ਰੋਬਲਮਸ ਲੱਗ ਰਹੀਆਂ ਤੁਹਾਡੇ ਕਾਨੂੰਨਾਂ 'ਚ, ਇਹਨਾਂ ਨੂੰ ਰਿਫਾਰਮ ਕਰਕੇ ਸਾਨੂੰ ਪੇਸ਼ ਕਰੋ ਤਾਂ ਕਿ ਉਹਦੇ ਮੁਤਾਬਕ ਅਸੀਂ ਕੋਈ ਅੱਗੇ ਤੁਰੀਏ। ਅਗਰ ਤੁਸੀਂ ਇਹ ਕਹੋ ਕਿ ਲਈ ਜੀ ਤੁਸੀਂ ਮੰਨੋ ਚਾਹੇ ਨਾ ਮੰਨੋ, ਤੁਹਾਨੂੰ ਮੈਂ ਟਾਈਟ ਕਰਨਾ ਹੈ, ਇਸ ਕਰਕੇ ਮੈਂ ਕਾਨੂੰਨ ਬਣਾਉਣਾ ਤੁਹਾਡੇ ਵਾਸਤੇ, ਤਾਂ ਉਹ ਚੀਜ਼ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਜਿਹੜੀ ਹੈਗੀ ਹੈ ਹਜ਼ਮ ਨਹੀਂ ਹੋਏਗੀ, ਐਕਸੈਪਟੇਬਲ ਨਹੀਂ ਹੋਏਗੀ। ਉਹਦੇ ਨਾਲੋਂ ਜ਼ਿਆਦਾ ਪੁਆੜੇ ਨਿਕਲਣਗੇ, ਉਹਦੇ ਨਾਲੋਂ ਜ਼ਿਆਦਾ ਖਲਫਸ਼ਾਰ ਪੈਦਾ ਹੋਏਗਾ ਸਮਾਜ ਦੇ ਵਿੱਚ, ਜ਼ਿਆਦਾ ਡਿਫਰੈਂਸਿਸ ਆਫ ਓਪੀਨੀਅਨ ਹੋਣਗੇ, ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਵੀ ਹੋਏਗੀ। ਉਹ ਸਾਰਾ ਅਸੀਂ ਦੇਖਾਂਗੇ ਅਗਰ ਕਮਿਊਨਿਟੀਜ਼ ਨੂੰ ਬਿਨਾਂ ਕੌਨਫੀਡੈਂਸ ਦੇ ਵਿੱਚ ਲੈ ਕੇ, ਕਿਉਂਕਿ ਇੰਨੇ ਜ਼ਿਆਦਾ ਲੋਕ ਆਪਣੇ ਪਰਸਨਲ ਕਾਨੂੰਨਾਂ ਨਾਲ ਜੁੜੇ ਹੋਏ ਆ, ਰੀਤੀ ਰਿਵਾਜਾਂ ਨਾਲ। ਇੰਪੋਜ਼ ਨਹੀਂ ਕਰਨਾ ਚਾਹੀਦਾ ਤੁਸੀਂ? ਹਾਂ, ਇੰਪੋਜ਼ ਨਹੀਂ ਹੋਣਾ ਚਾਹੀਦਾ। ਚਲੋ ਇੱਕ ਹੋਰ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਅਸੀਂ ਆਖਰੀ ਹਿੱਸੇ ਵਿੱਚ ਆਵਾਂਗੇ, ਵਕਫੇ ਤੋਂ ਵਾਪਸ ਆਵਾਂਗੇ ਤੇ ਦੁਆ ਕਰਦੇ ਹਾਂ ਕਿ ਕਮਿਊਨਿਟੀ ਦੇ ਵਿੱਚ ਕੋਈ ਵਖਰੇਵਾਂ ਨਾ ਹੋਵੇ। ਜਿਹੜਾ ਭਾਰਤ ਇੱਕ ਗੁਲਦਸਤਾ ਹੈਗਾ, ਉਸ ਗੁਲਦਸਤੇ ਨੂੰ ਅਸੀਂ ਸਾਂਭ ਕੇ ਰੱਖੀਏ ਤੇ ਉਸ ਵਿੱਚ ਇਹੋ ਜਿਹਾ ਕੋਈ ਵੀ ਸਾਡੇ ਸਾਹਮਣੇ ਮੁੱਦਾ ਨਾ ਆਵੇ ਜਿਹਦੇ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਪਾੜਾ ਪਵੇ। ਅਸੀਂ ਇਹੀ ਦੁਆ ਕਰਦੇ ਹਾਂ, ਇਸੇ ਕਰਕੇ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਪਸ ਆ ਰਹੇ ਹਾਂ। ਅਸੀਂ ਆਖਰੀ ਹਿੱਸੇ ਵਿੱਚ ਹਾਂ। ਡਾਕਟਰ ਖਾਲਿਦ ਸਾਡੇ ਨਾਲ ਨੇ। ਡਾਕਟਰ ਮੁਹੰਮਦ ਖਾਲਿਦ ਜੀ, ਬਹੁਤ ਛੋਟਾ ਮੈਨੂੰ ਤੁਹਾਡੇ ਤੋਂ ਜਵਾਬ ਚਾਹੀਦੇ ਆ। ਇੱਕ ਜਿਹੜਾ ਸਾਡੇ ਅੱਗੇ ਇੱਕ ਨੈਰੇਟਿਵ ਇਹ ਰੱਖਿਆ ਜਾ ਰਿਹਾ ਕਿ ਇਹ ਘੱਟ ਗਿਣਤੀਆਂ ਤੇ ਹੀ ਇੰਪੈਕਟ ਪਊਗਾ, ਉਸ ਨੂੰ ਕਿਵੇਂ ਤੁਸੀਂ ਡਿਫਰੈਂਸ਼ੀਏਟ ਕਰੋਗੇ? ਨਹੀਂ, ਦੇਖੋ ਇੱਦਾਂ ਵੀ ਘੱਟ ਗਿਣਤੀਆਂ ਤੇ ਇਸ ਕਰਕੇ ਪਊਗਾ, ਲੋਕ ਕਹਿੰਦੇ ਵੀ ਕਿਉਂਕਿ ਪਰਸਨਲ ਲਾਅ ਨੂੰ ਹਿੱਟ ਕਰੇਗਾ। ਮੈਂ ਪਹਿਲਾਂ ਵੀ ਕਹਿ ਚੁੱਕਾ, ਹਿੰਦੂ ਲਾਅ ਨੂੰ ਵੀ ਹਿੱਟ ਕਰੇਗਾ। ਜਿਹੜੇ ਹਿੰਦੂਆਂ ਦੇ ਜਿਹੜੇ ਸਪੈਸੀਫਿਕ ਕਾਨੂੰਨ ਹੈ, ਜਿਹੜੇ ਕਿ ਆਜ਼ਾਦੀ ਦੇ ਬਾਅਦ ਬਣਾਏ ਗਏ, ਉਹਨਾਂ ਸਾਰਿਆਂ ਦੇ ਉੱਪਰ ਵੀ ਹਿੱਟ ਕਰੇਗਾ, ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ ਵੀ ਜਿਹੜੇ ਰਿਫਾਰਮਸ ਹੁੰਦੇ ਆ ਜਾਂ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਹੁੰਦੇ ਆ, ਉਹ ਜਿਹੜੀਆਂ ਘੱਟ ਗਿਣਤੀਆਂ ਉਹ ਇਹ ਮਹਿਸੂਸ ਕਰਦੀਆਂ ਨੇ ਕਿ ਯਾਰ ਅਸੀਂ ਕਿਉਂਕਿ ਘੱਟ ਗਿਣਤੀਆਂ, ਇਸ ਕਰਕੇ ਸਾਡੇ ਉੱਪਰ ਇੰਪੋਜ਼ ਕੀਤਾ ਜਾ ਰਿਹਾ। ਜਿਵੇਂ ਕਿ SGPC ਨੇ ਵੀ ਇਸ ਚੀਜ਼ ਦੇ ਉੱਪਰ ਪ੍ਰਤੀਕਿਰਿਆ ਦਿੱਤੀ ਹੈ, ਅਕਾਲੀ ਦਲ ਨੇ ਵੀ ਕਮੇਟੀ ਕੰਸਟੀਟਿਊਟ ਕੀਤੀ ਹੈ, DSGMC ਨੇ ਵੀ ਕਮੇਟੀ ਕੰਸਟੀਟਿਊਟ ਕੀਤੀ ਹੈ। ਉਹ ਇਸੇ ਕਰਕੇ ਕਰ ਰਹੇ ਹਨ ਤਾਂ ਕਿ ਇੱਕ ਕਮਿਊਨਿਟੀ ਦਾ ਇੱਕ ਇਕੱਠਾ ਓਪੀਨੀਅਨ ਜਾਵੇ। ਉਹ ਕਮਿਊਨਿਟੀ ਦਾ ਓਪੀਨੀਅਨ ਜਿਹੜਾ ਹੈ, ਜਿਵੇਂ ਕਿ ਜਮੀਅਤੁਲ ਉਲਮਾ ਹਿੰਦ ਹੈਗੀ ਹੈ ਸਰ, ਉਸ ਕਮਿਊਨਿਟੀ ਦੇ ਵਿੱਚ ਵੀ ਸਰ ਜਿਹੜੀ ਵੀ ਕਮਿਊਨਿਟੀ ਦਾ ਜ਼ਿਕਰ ਕਰਦੇ ਹੋ ਸਰ, ਉਹਦੇ ਵਿੱਚ ਹਾਂ ਪੱਖੀ ਵਤੀਰਾ ਵੀ ਨਾਲ ਜਾ ਰਿਹਾ ਸਰ। ਮੈਂ ਕਮੇਟੀ ਬਣਾ ਦਿੱਤੀ ਗਈ। ਮੈਂ ਤੁਹਾਨੂੰ ਦੱਸਦਾ, ਲਾਰਜੈਸਟ ਮੈਂ ਫਿਰ ਆ ਰਿਹਾ, ਲਾਰਜੈਸਟ ਮਾਈਨੋਰਿਟੀ ਮੁਸਲਮਾਨਾਂ ਦੀ ਹੈ। ਉਹਦੇ ਵਿੱਚ ਸ਼ੀਆ ਦੇ ਕਾਨੂੰਨ ਡਿਫਰੈਂਟ ਹੈ ਕਈ ਜਗ੍ਹਾ ਤੇ ਇਕੱਠੇ ਵੀ ਹੈ। ਸੁੰਨੀਜ਼ ਦੇ ਕਾਨੂੰਨ ਡਿਫਰੈਂਟ ਹੈ, ਉਹਨਾਂ ਨੂੰ ਕਿਵੇਂ ਤੁਸੀਂ ਇੱਕ ਜਗ੍ਹਾ ਇਕੱਠਾ ਕਰੋਗੇ? ਬਰੇਲਵੀ ਹੈ, ਹਨਫੀ ਹੈ, ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਕਰਦੇ ਆ, ਉਹਨਾਂ ਨੂੰ ਤੁਸੀਂ ਕਿਵੇਂ ਇਕੱਠਾ ਕਰੋਗੇ? ਵਿਦ ਇਨ ਦਾ ਕਮਿਊਨਿਟੀ ਵੀ ਮੈਂ ਗੱਲ ਕਰ ਰਿਹਾ। ਤੁਹਾਨੂੰ ਇੰਪੋਸੀਬਲ ਲੱਗਦਾ? ਇਸੇ ਤਰੀਕੇ ਦੇ ਨਾਲ ਜਿਹੜੀ ਜਿਹੜਾ ਬ੍ਰਾਹਮਣ ਹੈ ਉਹ
ਇਹਨਾਂ ਚੀਜ਼ਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਦੇਖਦਾ ਹੈ। ਜਿਹੜੇ ਦੂਸਰੀਆਂ ਕਮਿਊਨਿਟੀਜ਼ ਹੈ, ਜਿਹੜੀਆਂ ਦਲਿਤ ਵਰਗ ਹੈ, ਉਹਨਾਂ ਦੇ ਵਿੱਚ ਹੋਰ ਤਰ੍ਹਾਂ ਦੀ ਐਕਸੈਪਟ ਜਿਹੜੀਆਂ ਵਿਆਹ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੋਰ ਤਰ੍ਹਾਂ ਦੀਆਂ ਪਰਸਨਲ ਚੀਜ਼ਾਂ ਹੈਗੀਆਂ, ਉਹਨਾਂ ਨੂੰ ਤੁਸੀਂ ਇਕੱਠਾ ਕਿਵੇਂ ਕਰੋਗੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਯੂਨੀਫਾਰਮ ਸਿਵਲ ਕੋਡ ਲਿਆਉਣ ਤੋਂ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਬਹਿਸ ਹੋਣੀ। ਸਿਰਫ ਇਹ ਨਹੀਂ ਅੰਨ੍ਹੇਵਾਹ ਆਪਾਂ ਸਿਵਲ ਕੋਡ ਨੂੰ ਤੁਰ ਪਈਏ। ਸਭ ਤੋਂ ਪਹਿਲਾਂ ਤਾਂ ਇਹ ਕੀ ਹੈ ਵੀ ਹਰ ਕਮਿਊਨਿਟੀ ਕਿਸ ਤਰੀਕੇ ਦੇ ਨਾਲ ਆਪਣੇ ਆ ਚੀਜ਼ਾਂ ਨੂੰ ਰਿਫਾਰਮ ਕਰ ਸਕਦੀ ਹੈ। ਤੁਹਾਨੂੰ ਹਾਲ ਦੀ ਘੜੀ ਇੰਪੋਸੀਬਲ ਲੱਗਦਾ ਟਾਸਕ? ਦੇਖੋ ਇੰਪੋਸੀਬਲ ਤਾਂ ਕੁਝ ਨਹੀਂ ਹੁੰਦਾ। ਅਗਰ ਮੇਰੇ ਕੋਲ ਮੈਜੋਰਿਟੀ ਹੈ, ਮੈਂ ਕਹਿੰਦਾ ਜੀ ਮੈਂ ਯੂਨੀਫਾਰਮ ਸਿਵਲ ਕੋਡ ਲਿਆਣਾ ਹੈ, ਮੇਰਾ ਮਸਵਦ ਹੈ ਜਿਹੜਾ ਉੱਤਰਾਖੰਡ ਨੇ ਬਣਾਇਆ ਕਿ ਜੀ ਅਸੀਂ ਇਹੀ ਐਕਸੈਪਟ ਕਰਕੇ ਲਾਗੂ ਕਰ ਰਹੇ ਹਾਂ, ਕਿਉਂਕਿ ਮੇਰੇ ਕੋਲ ਪਾਰਲੀਮੈਂਟਰੀ ਮੈਜੋਰਿਟੀ ਹੈ। ਲੇਕਿਨ ਐਟ ਦ ਸੇਮ ਟਾਈਮ ਮੈਂ ਇਹ ਚੀਜ਼ ਇੰਪੋਸੀਬਲ ਹੈ ਕਿ ਸਾਰੀਆਂ ਕਮਿਊਨਿਟੀਜ਼ ਉਸ ਦੇ ਉੱਪਰ ਐਕਸੈਪਟ ਕਰ ਲੈਣ, ਉਹਨੂੰ ਐਗਰੀ ਕਰ ਲੈਣ। ਸ਼ਾਹਬਾਨੋ ਦੇ ਕੇਸ ਵਿੱਚ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਜਦੋਂ ਇੱਕ ਧਿਰ ਉਹਨੂੰ ਸਪੋਰਟ ਕਰਦੀ ਹੈਗੀ, ਉਹਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ। ਇਹਦੇ ਵਿੱਚ ਹਾਰ ਜਿੱਤ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਹਾਰ ਜਿੱਤ ਤਾਂ ਦੇਖੀ ਜਾ ਰਹੀ ਸਰ। ਇਹਦੇ ਵਿੱਚ ਹਾਰ ਜਿੱਤ ਦੇਖੋ ਇਦਾਂ ਹੈਗਾ। ਜਦੋਂ ਮੇਰਾ ਸਵਾਲ ਸੁਣੋ ਸਰ, ਜਦੋਂ ਸੱਤਾ ਧਿਰ ਇਹ ਸਵਾਲ ਕਰਦੀ ਹੈ ਆਪੋਜੀਸ਼ਨ ਨੂੰ ਕਿ ਤੁਸੀਂ ਆਪਣਾ ਸਟੈਂਡ ਸਪਸ਼ਟ ਕਰੋ, ਫਿਰ ਉਹ ਹਾਰ ਜਿੱਤ ਹੀ ਦੇਖ ਰਹੇ ਨੇ ਸਰ। ਨਹੀਂ ਦੇਖੋ, ਪਹਿਲਾਂ ਤਾਂ ਗੱਲ ਇਹ ਹੈਗੀ ਹੈ ਵੀ ਇਹ ਪੋਲੀਟੀਕਲ ਮਸਲਾ ਨਹੀਂ ਹੈ। ਪੋਲੀਟੀਕਲ ਪਾਰਟੀਆਂ ਕੀ ਕਹਿੰਦੀਆਂ ਜਾਂ ਨਹੀਂ ਕਹਿੰਦੀਆਂ ਉਹ ਇੱਕ ਅਲੱਗ ਗੱਲ ਹੈ, ਕਮਿਊਨਿਟੀ ਕੀ ਕਹਿੰਦੀ ਹੈ ਉਹ ਇੱਕ ਅਲੱਗ ਗੱਲ ਹੈ। ਅਗਰ ਤੁਸੀਂ ਇਹਨੂੰ ਪੋਲੀਟੀਕਲ ਪ੍ਰਿਜ਼ਮ 'ਚ ਹੀ ਦੇਖਣਾ ਚਾਹੁੰਦੇ ਹੋ ਵੀ 2024 ਦਾ ਇਲੈਕਸ਼ਨ ਆ ਰਿਹਾ ਹੈ, ਉਸ ਇਲੈਕਸ਼ਨ ਦੇ ਵਿੱਚ ਅਸੀਂ ਇਹਨੂੰ ਕਰਕੇ ਇੱਕ ਤਰ੍ਹਾਂ ਅਸੀਂ ਜਿਹੜੀ ਸਾਡੀ ਲਾਸਟ ਕਮਿਟਮੈਂਟ ਸੀਗੀ ਉਹ ਪੂਰੀ ਕਰਕੇ ਅਸੀਂ ਕਹਾਂਗੇ ਦੇਖੋ ਜੀ ਰਾਮ ਮੰਦਿਰ ਵੀ ਬਣ ਗਿਆ, ਆਰਟੀਕਲ 370 ਵੀ ਖਤਮ ਹੋ ਗਿਆ, ਯੂਨੀਫਾਰਮ ਸਿਵਲ ਕੋਡ ਵੀ ਆ ਗਿਆ, ਇਹ ਸਾਰਾ ਕੁਝ ਹੈ। ਲੇਕਿਨ ਕਿਆ ਲਾਰਜਰ ਕਮਿਊਨਿਟੀ, ਯਾਨੀ ਕਿ ਅਗਰ ਆਪਾਂ ਇਹ ਕਲੇਮ ਕਰਦੇ ਹਾਂ ਕਿ 80% ਹਿੰਦੂ ਹੈ, ਉਹ ਹਿੰਦੂ ਇੱਕ ਮੋਨੋਲਿਥ ਯੂਨਿਟ ਤਾਂ ਹੈ ਨਹੀਂ, ਉਹਦੇ ਵਿੱਚ ਡਾਈਵਰਸਿਟੀਜ਼ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੈ। ਉਹਨਾਂ ਸਾਰਿਆਂ ਨੂੰ ਐਕਸੈਪਟੇਬਲ ਹੋਏਗਾ ਜਾਂ ਨਹੀਂ ਹੋਏਗਾ। ਇਸ ਕਰਕੇ ਮੈਂ ਕਹਿ ਰਿਹਾ ਕਿ ਜਿਹੜੀ ਇਹ ਚੀਜ਼ ਹੈਗੀ ਹੈ, ਕਿਉਂਕਿ ਪਰਸਨਲ ਲਾਅ ਹੈ, ਇਹਦੇ ਵਿੱਚ ਹਾਰ ਜਿੱਤ ਦੀ ਨਜ਼ਰ ਨਾਲ ਜਾਂ ਪੋਲਿਟਿਕਸ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਅਗਰ ਤੁਸੀਂ KP ਜੀ ਇਸ ਚੀਜ਼ ਨੂੰ ਪੋਲੀਟੀਕਲ ਡਿਮਾਂਡ ਤੋਂ ਰੂਲਿੰਗ ਪਾਰਟੀ ਔਰ ਆਪੋਜੀਸ਼ਨ ਦੀ ਜਿਹੜੀ ਹੈਗੀ ਹੈ ਹਾਰ ਜਿੱਤ ਉਹਦੇ ਡੋਮੇਨ ਚੋਂ ਕੱਢ ਕੇ ਇੱਕ ਸੋਸ਼ਲ ਰਿਫਾਰਮ ਦੇ ਰੂਪ ਦੇ ਵਿੱਚ ਦੇਖੋ, ਆਈ ਥਿੰਕ ਉਹਦੇ ਨਾਲ ਜ਼ਿਆਦਾ ਭਲਾ ਹੋ ਸਕਦਾ ਹੈ, ਉਹਦੇ ਨਾਲ ਜ਼ਿਆਦਾ ਬੈਟਰ ਕਾਨੂੰਨ ਬਣ ਸਕਦਾ ਹੈ, ਬਜਾਏ ਇਸ ਦੇ ਕਿ ਜਲਦੀ ਦੇ ਵਿੱਚ ਆਪਾਂ ਉਹਨੂੰ ਇੰਪੋਜ਼ ਕਰੀਏ, ਲਾਗੂ ਕਰੀਏ ਔਰ ਉਸ ਤੋਂ ਬਾਅਦ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਉਹ ਬਿਲਕਦੀਆਂ ਰਹਿ ਜਾਣ ਕਿ ਨਹੀਂ ਜੀ ਸਾਡੇ ਵਾਸਤੇ ਐਕਸੈਪਟੇਬਲ ਨਹੀਂ। ਤੁਸੀਂ ਬੜੀ ਵਧੀਆ ਐਡਵਾਈਸ ਦੇ ਰਹੇ ਹੋ ਕਿ ਪੋਲੀਟੀਕਲ ਪ੍ਰਿਜ਼ਮ ਦੇ ਵਿੱਚ ਸਾਨੂੰ ਨਹੀਂ ਜਾਣਾ ਚਾਹੀਦਾ। ਤੁਸੀਂ ਸੋਸ਼ਲ ਫੈਬਰਿਕ ਨੂੰ ਸੈਂਟਰ ਪੁਆਇੰਟ ਬਣਾਉਣਾ ਚਾਹੁੰਦੇ ਹੋ? ਦੇਖੋ ਬਿਲਕੁਲ, ਮੈਂ ਇਹ ਕਹਿਣਾ ਕਿ ਹਰ ਕਮਿਊਨਿਟੀ ਦੇ ਵਿੱਚ ਇਸ ਚੀਜ਼ ਦੀ ਡਿਬੇਟ ਹੋਣੀ ਚਾਹੀਦੀ ਔਰ ਕਮਿਊਨਿਟੀਜ਼ ਨੂੰ ਵੀ, ਕਮਿਊਨਿਟੀਜ਼ ਚਾਹੇ ਉਹ ਰਿਲੀਜੀਅਸ ਕਮਿਊਨਿਟੀਜ਼ ਹੈ ਚਾਹੇ ਕਾਸਟ ਬੇਸਡ ਕਮਿਊਨਿਟੀਜ਼ ਹੈ, ਉਹਨਾਂ ਨੂੰ ਵੀ ਆਬਜੈਕਟਿਵਲੀ ਅੱਗੇ ਆਉਣਾ ਚਾਹੀਦਾ। ਇਹ ਕਹਿਣਾ ਚਾਹੀਦਾ ਕਿ ਹਾਂਜੀ ਸਾਡੇ 'ਚ ਬੁਰਾਈਆਂ ਹੈਗੀਆਂ। ਫੋਰ ਐਗਜ਼ਾਮਪਲ ਅਗਰ ਕਿਸੇ ਹੋਰ ਕੰਟਰੀਜ਼ ਦੇ ਵਿੱਚ ਇਸਲਾਮਿਕ ਲਾਅ ਦੇ ਵਿੱਚ ਕੋਈ ਚੇਂਜਿਸ ਹੋਈਆਂ, ਉਹਨਾਂ ਨੂੰ ਸਟੱਡੀ ਕਰਨਾ ਚਾਹੀਦਾ ਵੀ ਉਹ ਚੇਂਜਿਸ ਕੁਰਾਨ ਔਰ ਹਦੀਸ ਦੇ ਮੁਤਾਬਿਕ ਹੈਗੀਆਂ, ਉਹਦੇ ਮੁਤਾਬਿਕ ਸਾਨੂੰ ਵੀ ਉਹ ਐਕਸੈਪਟ ਕਰ ਲੈਣੀ ਚਾਹੀਦੀ, ਉਹਦੇ 'ਚ ਕੋਈ ਬੁਰਾਈ ਨਹੀਂ ਹੈ। ਲੇਕਿਨ ਅਗਰ ਮੈਂ ਵੀ ਇਹ ਕਹਿ ਕੇ ਚੱਲਾਂ ਵੀ ਨਹੀਂ ਜੀ ਮੈਂ ਤਾਂ ਹੋਣ ਨਹੀਂ ਦੇਣਾ, ਔਰ ਇਹ ਰਿਐਕਸ਼ਨਰੀ ਹੈ। ਇਨਫੈਕਟ ਜਿਸ ਵੇਲੇ ਪ੍ਰਾਈਮ ਮਿਨਿਸਟਰ ਨੇ ਗੱਲ ਕੀਤੀ ਹੈ ਕੁਝ ਸਾਲ ਪਹਿਲਾਂ, ਕੁਝ ਦਿਨ ਪਹਿਲਾਂ, ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕੇਡਰ ਨੇ, BJP ਦੇ ਕੇਡਰ ਨੇ ਜਾਂ ਦੂਸਰੇ ਜਿਹੜੇ ਭਗਤ ਕੇਡਰ ਹੈ, ਉਹਨਾਂ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਰਿਐਕਟ ਕੀਤਾ, ਨਹੀਂ ਜੇ ਤੋਂ ਲਾਗੂ ਹੋਏਗਾ, ਉਹ ਇਹ ਸੀਗਾ ਵੀ ਇੱਕ ਰਿਐਕਸ਼ਨ ਹੋਵੇ। ਉਹ ਰਿਐਕਸ਼ਨ ਮੁਸਲਮਾਨਾਂ ਵੱਲੋਂ ਵੀ ਰਿਐਕਸ਼ਨ ਸ਼ੁਰੂ ਹੋ ਗਿਆ, ਉਹਦੇ ਨਾਲ ਪੋਲਰਾਈਜੇਸ਼ਨ ਹੋ ਗਈ। ਉਹ ਪੋਲਰਾਈਜੇਸ਼ਨ ਜਿਹੜੀ ਹੈਗੀ ਹੈ ਉਹ ਮੁੱਦਾ ਨਹੀਂ ਹੋਣਾ ਚਾਹੀਦਾ, ਉਹ ਮਕਸਦ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਇਸ ਵੇਲੇ ਹੋ ਰਿਹਾ। ਚਲੋ ਪੋਲਰਾਈਜੇਸ਼ਨ ਨਾਲ ਮੈਂ ਇੱਕ ਹੋਰ ਐਡ ਕਰ ਦਵਾਂ ਜੀ, ਇਸ਼ੂ ਗਾਇਬ ਹੋ ਗਏ ਸਾਰੇ, ਬਾਕੀ ਸਭ ਗਾਇਬ ਹੋ ਗਏ। ਯੈਸ, ਕਿਸੇ ਇਸ਼ੂ ਤੇ ਗੱਲ ਨਹੀਂ ਹੋ ਰਹੀ ਸਰ। ਤੁਸੀਂ ਬਾਕੀ ਕਿਸੇ ਵੀ ਇਸ਼ੂ, ਕੋਈ ਸਿਲੰਡਰ ਦੀ ਗੱਲ ਨਹੀਂ ਕਰ ਰਿਹਾ, ਕੋਈ ਹੋਰ ਕੁਝ ਨਹੀਂ ਗੱਲ ਕਰ ਰਿਹਾ, ਉਹ ਸਾਰੇ ਜਿਹੜੇ ਹੈਗੇ ਇੱਧਰ ਲੱਗ ਗਏ ਆ। ਉਹ ਤੁਹਾਨੂੰ ਇੱਕ ਟਾਸਕ ਦੇਤਾ, ਉਹ ਟਾਸਕ ਜਿਹੜਾ ਹੈਗਾ ਕਿਉਂਕਿ 2024 ਤੱਕ ਲੱਗੇ ਰਹੋ। ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਹਰ ਵਿਅਕਤੀ ਜੁੜਿਆ ਹੋਇਆ ਔਰ ਉਹਦੇ 'ਚ ਤੁਸੀਂ ਮੈਕਸਿਮਮ ਫੀਡ ਗਲਤ, ਸਹੀ, ਅਨਇਨਫਾਰਮਡ, ਇਨਫਾਰਮਡ ਉਹ ਦੇਈ ਚਲੋ ਔਰ ਲੋਕ ਉਹਦੇ ਵਿੱਚ ਜੂਝ ਰਹੇ ਆ ਔਰ ਹੋ ਇਹੀ ਰਿਹਾ। ਚਲੋ ਇੱਕ ਛੋਟਾ ਜਿਹਾ ਮੈਨੂੰ ਜਵਾਬ ਦਿਓ, ਦੁਨੀਆ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਕੋਈ ਐਗਜ਼ਾਮਪਲ ਹੈ ਜਿੱਥੇ ਪੂਰਾ ਸਕਸੈਸਫੁਲ ਹੋਇਆ ਹੋਵੇ? ਦੇਖੋ ਕਈ ਜਗ੍ਹਾ ਦੇ ਉੱਪਰ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਕਈ ਜਗ੍ਹਾ ਇੱਕੋ ਹੀ ਕਾਨੂੰਨ ਚੱਲਦੇ ਆ। ਫੋਰ ਐਗਜ਼ਾਮਪਲ ਉੱਥੇ ਵੀ ਤਾਂ ਮੁਸਲਮਾਨ ਰਹਿੰਦੇ ਆ ਨਾ, ਅਮਰੀਕਾ 'ਚ ਵੀ ਤਾਂ ਮੁਸਲਮਾਨ ਰਹਿੰਦੇ ਆ, ਉੱਥੇ ਕੋਈ ਪਰਸਨਲ ਲਾਅ ਨਹੀਂ ਹੈ। ਕੈਨੇਡਾ 'ਚ ਵੀ ਮੁਸਲਮਾਨ ਰਹਿੰਦੇ ਆ, ਉੱਥੇ ਪਰਸਨਲ ਲਾਅ ਨਹੀਂ ਹੈ, ਉੱਥੇ ਇੱਕੋ ਹੀ ਲਾਅ ਚੱਲਦਾ, ਤਾਂ ਉਹ ਯੂਨੀਫਾਰਮ ਹੈ। ਉਹਨੂੰ ਆਪਾਂ ਯੂਨੀਫਾਰਮ ਸਿਵਲ ਕੋਡ ਨਹੀਂ ਕਹਿੰਦੇ, ਉਹ ਇੱਕ
ਸਿਵਲ ਲਾਅ ਹੈਗੇ ਜਿਹੜੇ ਕਿ ਸਾਰਿਆਂ ਨੂੰ ਐਕਸੈਪਟੇਬਲ ਹੈ। ਉਹ ਤਾਂ ਸਭ ਜਗ੍ਹਾ ਹੈਗੇ ਆ, ਈਵਨ ਮੁਸਲਿਮ ਕੰਟਰੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਰਿਫਾਰਮਸ ਹੋਏ ਆ। ਸਾਡਾ ਜਿਹੜਾ ਇੰਡੀਆ ਦਾ ਜਿਹੜਾ ਮੁਸਲਿਮ ਪਰਸਨਲ ਲਾਅ ਹੈ ਉਹਦੇ ਵਿੱਚ ਵੀ ਰਿਫਾਰਮਸ ਦੀ ਅਗਰ ਗੁੰਜਾਇਸ਼ ਹੈ ਔਰ ਸਕਾਲਰਸ ਇਹ ਕਹਿੰਦੇ ਆ ਤਾਂ ਰਿਫਾਰਮ ਹੋਣੇ ਚਾਹੀਦੇ, ਕਿਉਂ ਨਹੀਂ ਹੋਣੇ ਚਾਹੀਦੇ। ਚਲੋ ਇੱਕ ਆਖਰੀ ਸਵਾਲ ਜੀ, ਮੈਨੂੰ ਇਸ ਸਵਾਲ ਦਾ ਬਹੁਤਾ ਨਹੀਂ ਪਤਾ, ਮੈਂ ਵੀ ਸੋਸ਼ਲ ਮੀਡੀਆ ਤੋਂ ਹੀ ਇਹ ਸਵਾਲ ਪੜਿਆ ਜੀ। ਉੱਥੇ ਸਾਰੇ ਕਿਤੇ ਲਿਖਿਆ ਹੋਇਆ ਇੱਥੇ ਸਾਈਨ ਆਫ ਐਕਸਪਲੇਨੇਸ਼ਨ ਪਾ ਕੇ ਜਾਂ ਕੁਐਸਚਨ ਮਾਰਕ ਪਾ ਕੇ ਯੂਨੀਫਾਰਮ ਸਿਵਲ ਕੋਡ ਤੋਂ ਬਾਅਦ ਹਿੰਦੂ ਰਾਸ਼ਟਰ ਦਾ ਰਾਹ ਪੱਧਰਾ, ਪਿੱਛੇ ਕੁਐਸਚਨ ਮਾਰਕ ਹੈ, ਦੇਖੋ ਪਿੱਛੇ sign of exclamation ਹੈ। ਇਹ ਮੈਨੂੰ ਜਵਾਬ ਦੇ ਦਿਓ ਪਲੀਜ਼। ਦੇਖੋ ਹਿੰਦੂ ਰਾਸ਼ਟਰ ਜਿਹੜਾ ਹੈਗਾ ਉਹਦੀ ਗੱਲ 1947 ਤੋਂ ਚੱਲ ਰਹੀ ਹੈ। ਇਨਫੈਕਟ ਜਿਹੜੀ RSS ਜਨਸੰਘ ਦੀ ਆਈਡੀਓਲੋਜੀ ਔਰ ਕਾਂਗਰਸ ਦੀ ਆਈਡੀਓਲੋਜੀ ਸੀਗੀ ਉੱਥੋਂ ਹੀ ਉਹਦੀ ਸ਼ੁਰੂਆਤ ਹੀ ਇੱਥੋਂ ਸੀਗੀ, ਕਿਉਂਕਿ ਉਹ ਕਹਿੰਦੇ ਥੇ ਕਿ ਕਿਉਂਕਿ ਮੁਸਲਮਾਨਾਂ ਨੇ ਆਪਣੇ ਵਾਸਤੇ ਇੱਕ ਸੈਪਰੇਟ ਕੰਟਰੀ ਧਰਮ ਦੇ ਨਾਂ 'ਤੇ ਲੈ ਲਿਆ, ਇਹਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰੋ। ਜਦ ਤੋਂ ਹੀ ਇਹ ਸਾਰਾ ਚੱਲ ਰਿਹਾ। RSS ਕਹਿੰਦੀ ਹੈ ਕਿ ਇੱਥੇ ਜਿੰਨੇ ਵੀ ਬੰਦੇ ਰਹਿੰਦੇ ਸਾਰੇ ਹਿੰਦੂ ਹੀ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ, ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਹਿੰਦੂ ਰਾਸ਼ਟਰ ਨਾਂ ਦੀ ਕੋਈ ਚੀਜ਼ ਜਿਹੜੀ ਹੈਗੀ ਹੈ ਇਸ ਦੇਸ਼ ਦੇ ਵਿੱਚ ਨਹੀਂ ਬਣ ਸਕਦੀ, ਚਾਹੇ UCC ਆਵੇ ਚਾਹੇ ਨਾ ਆਵੇ। ਹਿੰਦੂ ਰਾਸ਼ਟਰ ਦੇ ਵਿੱਚ ਤੁਸੀਂ ਬਾਕੀ ਸਾਰੀਆਂ ਕਮਿਊਨਿਟੀਜ਼ ਨੂੰ, ਬਾਕੀ ਜਿਹੜੇ ਰਿਲੀਜੀਅਸ ਮਾਈਨੋਰਿਟੀਜ਼ ਆ ਉਹਨਾਂ ਨੂੰ ਨਫੀ ਕਰਕੇ ਜਾਂ ਉਹਨਾਂ ਨੂੰ ਇੱਕੋ ਰੰਗ ਦੇ ਵਿੱਚ ਪਰੋ ਕੇ ਨਹੀਂ ਚੱਲ ਸਕਦੇ। ਤੁਸੀਂ ਉਹਨਾਂ ਦੇ ਪਰਸਨਲ ਲਾਅ, ਕਿਆ ਤੁਸੀਂ ਮੁਸਲਮਾਨ ਨੂੰ ਕਹਿ ਦੋਗੇ ਕਿ ਵੀ ਕੱਲ ਤੋਂ ਨਿਕਾਹ ਨਹੀਂ ਕਰਨਾ ਤੇ ਆਪਾਂ ਸਾਰੇ ਫੇਰੇ ਹੀ ਲਿਆ ਕਰਾਂਗੇ? ਇਹ ਹੋ ਸਕਦਾ ਹੈ, ਪੋਸੀਬਲ ਹੈ। ਜਾਂ ਕ੍ਰਿਸਚਨ ਨੂੰ ਤੁਸੀਂ ਕਹੋਗੇ ਪੋਸੀਬਲ ਹੈ। ਤੇ ਇਸ ਕਰਕੇ ਹਿੰਦੂ ਰਾਸ਼ਟਰ ਜਿਹੜਾ ਹੈਗਾ ਉਹ ਇੱਕ ਪੋਲੀਟੀਕਲ ਉਹ ਤਾਂ ਹੋ ਸਕਦਾ ਸਲੋਗਨ, ਲੇਕਿਨ ਰਿਐਲਿਟੀ ਦੇ ਵਿੱਚ ਅਗਰ ਕਹੋ ਕਿ ਕੋਈ ਹਿੰਦੂ ਰਾਸ਼ਟਰ ਨਾਂ ਦੀ ਚੀਜ਼ ਬਣ ਸਕਦੀ ਹੈ, ਉਹ ਚੀਜ਼ ਪੋਸੀਬਲ ਇੰਡੀਆ ਦੇ ਵਿੱਚ ਨਹੀਂ ਹੈ। ਇਹ ਇੱਕ ਡਿਫਰੈਂਟ ਕਿਸਮ ਦਾ ਕੰਟਰੀ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਲੋਕ ਆਉਂਦੇ ਜਾਂਦੇ ਰਹਿੰਦੇ ਆ, ਲੇਕਿਨ ਇੰਡੀਆ ਦੀ ਉਹ ਭਿੰਨਤਾਵਾਂ ਜਿਨ੍ਹਾਂ ਨੂੰ ਲੈ ਕੇ ਸਮੇਟ ਕੇ ਅਸੀਂ ਚੱਲੇ ਹਾਂ, ਸਾਡੇ ਫਰੀडम ਫਾਈਟਰਸ ਨੇ ਜਿਹੜਾ ਜਾਂ ਸੰਵਿਧਾਨ ਨਿਰਮਾਤਾਵਾਂ ਨੇ ਜਿਸ ਤਰ੍ਹਾਂ ਦਾ ਸੰਵਿਧਾਨ ਬਣਾਇਆ, ਸਾਰਿਆਂ ਨੂੰ ਨਾਲ ਲੈ ਕੇ ਉਹ ਅੱਗੇ ਚੱਲਦਾ ਰਹੇਗਾ। ਇਹ ਡਾਈਵਰਸਲੀ ਟੈਕਟਿਕਸ ਹੈ, ਇਹ ਜ਼ਿਆਦਾ ਕਾਮਯਾਬ ਹੋਣ ਵਾਲੇ ਨਹੀਂ ਹਨ। ਚਲੋ ਬਹੁਤ ਧੰਨਵਾਦ ਡਾਕਟਰ ਖਾਲਿਦ, ਤੁਸੀਂ ਵਕਤ ਕੱਢਿਆ ਤੇ ਬਹੁਤ ਬੇਬਾਕੀ ਨਾਲ ਤੁਸੀਂ ਜਵਾਬ ਦਿੱਤੇ। ਬਹੁਤ ਥੈਂਕ ਯੂ, ਧੰਨਵਾਦ ਜੀ, ਬਹੁਤ ਬਹੁਤ। ਇਹ ਸਨ ਡਾਕਟਰ ਮੁਹੰਮਦ ਖਾਲਿਦ ਜਿਨ੍ਹਾਂ ਨੇ UCC ਦੀ ABC ਸਾਨੂੰ ਸਮਝਾਈ ਹੈ। ਸਾਨੂੰ ਇੰਤਜ਼ਾਰ ਕਰਨਾ ਪਊਗਾ, ਉਡੀਕ ਕਰਨੀ ਪਊਗੀ ਜਦੋਂ ਤੱਕ ਡਰਾਫਟ ਮਸੌਦਾ ਖਰੜਾ ਸਾਡੇ ਸਾਹਮਣੇ ਨਹੀਂ ਆਉਂਦਾਗਾ, ਉਦੋਂ ਇਹ ਡਿਬੇਟ ਹੋਰ ਤਰ੍ਹਾਂ ਦੀ ਹੋਵੇਗੀ। ਪਰ ਅੱਜ ਜਦੋਂ ਤੱਕ ਸਿਰਫ ਸਾਡੇ ਕੋਲੇ ਸਿਰਫ ਬਿਆਨਬਾਜ਼ੀ ਹੈ ਤੇ ਬਿਆਨਬਾਜ਼ੀ ਤੋਂ ਅੱਗੇ ਕੁਝ ਨਹੀਂ ਪਿਆ, ਜਦੋਂ ਸਾਡੇ ਕੋਲੇ ਉਹ ਖਰੜਾ ਸਾਹਮਣੇ ਪਿਆ ਹੋਊਗਾ ਫਿਰ ਅਸੀਂ ਜ਼ਰੂਰ ਹੋਰ ਤਰੀਕੇ ਦੀ ਬਹਿਸ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ। ਪਰ ਇਸ ਵਕਤ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਚਾਰ ਚੱਲਦਾ ਪਿਆ ਹੈਗਾ, ਜੇ ਪ੍ਰਚਾਰ ਤੁਹਾਨੂੰ ਸਮਝ ਆ ਰਿਹਾ ਤਾਂ ਫਾਰਵਰਡ ਕਰਿਆ ਕਰੋ, ਜੇ ਨਹੀਂ ਸਮਝ ਆ ਰਿਹਾ ਤਾਂ ਆਪਦੇ ਤੱਕ ਹੀ ਰੱਖਿਆ ਕਰੋ, ਕਿਉਂਕਿ ਦੇਸ਼ ਦੇ ਵਿੱਚ ਏਕਤਾ ਬਹੁਤ ਜ਼ਰੂਰੀ ਹੈ। ਬਹੁਤ ਧੰਨਵਾਦ।